और आटा दाल चीनी सब ਦਾ ਭਾਅ ਅਸਮਾਨੀ ਹੈ। ਕੀ ਦੇਖਦੇ ਹੈਗੇ ਵੀ ਕੇਂਦਰ ਦੇ ਵਿੱਚ ਸਰਕਾਰ ਕੀ ਕਿਸ ਤਰੀਕੇ ਦੀ ਕਾਰਗੁਜ਼ਾਰੀ ਹੈ? ਅੱਜ ਦੇਸ਼ ਸਭ ਤੋਂ ਵੱਧ ਜਿਹੜਾ ਸਾਡਾ ਫੋਰਨ ਫੰਡਿੰਗ ਹੈ ਜਿਹੜੀ ਆ ਉਹ ਜਿਹੜੀ ਹੈਗੀ ਜਿਹੜੀ ਪਹਿਲਾਂ 200 ਮਿਲੀਅਨ ਦੇ ਕਰੀਬ ਸੀ, ਅੱਜ 600 ਤੋਂ ਉੱਪਰ ਚਲੀ ਗਈ। ਪ੍ਰਧਾਨ ਮੰਤਰੀ ਮੋਦੀ ਜੀ ਦਾ ਲਕਸ਼ਯ ਸੀਗਾ ਕਿ ਮੈਂ 2024 ਤੱਕ 5 ਟ੍ਰਿਲੀਅਨ ਦੀ ਇਕਨੋਮੀ ਕਰਕੇ ਦੇਵਾਂਗਾ। ਉਹ ਉਸ ਤੋਂ ਪਹਿਲਾਂ ਟੱਚ ਕਰ ਰਹੀ ਹੈ। ਅੱਜ 3 ਟ੍ਰਿਲੀਅਨ ਦੀ ਸਾਡੀ GST ਦੀ ਇਕਨੋਮੀ ਹੋ ਗਈ। ਅੱਜ ਜਿਹੜਾ ਅਸੀਂ ਵਿਦੇਸ਼ਾਂ ਤੋਂ ਲੋਨ ਲੈਂਦੇ ਸੀ, ਉਲਟਾ ਅਸੀਂ ਉਹਨਾਂ ਨੂੰ ਵਾਪਸ ਦੇ ਰਹੇ ਹਾਂ। ਜਿਹੜਾ ਇਹਨਾਂ ਨੇ ਬੌਂਡ ਤੇਲ ਤੇ ਚੱਕੇ ਸੀਗੇ, ਮਨਮੋਹਨ ਸਰਕਾਰ ਨੇ ਤੇਲ ਦਾ ਰੇਟ ਨਾ ਵਧਣ ਦਿਓ, ਬੌਂਡ ਚੱਕੋ, ਤੇਲ ਦੇ ਰੇਟ ਵੀ ਵਧੇ, ਬੌਂਡ ਵੀ ਉਹਦਾ ਉਸ ਤੋਂ ਜ਼ਿਆਦਾ ਤਾਂ ਅਸੀਂ ਵਿਆਜ ਮੋੜ ਰਹੇ ਹਾਂ। ਇਹ ਜਿਹੜਾ ਗੁੰਮਰਾਹ ਕਰਨ ਪ੍ਰਚਾਰ ਹੈਗਾ ਮਹਿੰਗਾਈ ਦੇ ਨਾਂ ਤੇ ਹੋ ਰਿਹਾ। ਇਹਨਾਂ ਦੇ ਕਾਰਨ ਹੀ ਤਿੱਬਤ ਸਾਥੋਂ ਅਲੱਗ ਹੋਇਆ। ਇਹਨਾਂ ਦੀ ਪਾਰਟੀ ਨੇ ਇਹੀ ਕਸ਼ਮੀਰ ਨੂੰ ਵੱਖਰਾ ਦੇਸ਼ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਹਨਾਂ ਦੇ ਸਿਰ ਕੱਟ ਕੇ ਆ ਰਹੇ ਸੀਗੇ, ਅੱਜ ਉਹ ਮੈਡਲ ਲੈ ਕੇ ਆ ਰਹੇ। ਮਿਡਲ ਕਲਾਸ ਜਾਂ ਦੂਸਰੇ ਲੋਕਾਂ ਤੋਂ ਗਰੀਬ ਲੋਕਾਂ ਤੋਂ ਟੈਕਸ ਕਿਉਂ ਵਸੂਲੇ ਜਾ ਰਹੇ ਆ, ਜਿਹੜੇ ਕਿ ਦੂਸਰੇ ਪਾਸੇ ਵੱਡੇ ਕਾਰਪੋਰੇਟ ਘਰਾਣੇ ਨੇ ਉਹਨਾਂ ਤੇ ਵੱਡੇ ਟੈਕਸ ਲੈ ਲੈਣ? ਵੀ ਹੈ ਕਿ ਅਮੈਂਡਮੈਂਟ ਹੈਗੀ ਆ ਉਹ ਦੇਖਣ ਲਈ ਆ। ਉਹ ਹਰ ਪ੍ਰੋਡਕਟ 29%, ਅੱਜ ਦੇਖੋ ਕਿੰਨੀ ਹੈ, ਅੱਜ 14% ਹੈ, ਲੋਐਸਟ 5% ਹੈ। ਅੱਜ ਵੀ ਜਿਹੜੇ ਕਾਲਾ ਬਾਜ਼ਾਰੀ ਕਰਨ ਵਾਲੇ ਹੈਗੇ ਉਹ ਕਾਂਗਰਸ ਦੇ ਜਾਂ ਉਸ ਪਾਰਟੀਆਂ ਦੇ ਬਹੁਤ ਵੱਡੇ ਇੱਕ ਮਾਫੀਆ ਬੈਠਾ ਹੈ, ਜਿਹੜਾ ਇਹ ਹਜੇ ਤੱਕ ਠੀਕ ਨਹੀਂ। ਹੁਣ ਦੇਖੀ ਜਾ ਰਹੇ ਆ, ਜੇ 70 ਸਾਲਾਂ ਦੇ ਇਹਨਾਂ ਦੇ ਕੱਪੜੇ ਹਜੇ 70 ਮਹੀਨਿਆਂ 'ਚ ਨਿਕਲ ਰਹੇ ਆ। ਕਿਸੇ ਦੇ ਘਰੋਂ 200 ਕਰੋੜ ਨਿਕਲਿਆ, ਕਿਸੇ ਦੇ 1000 ਕਰੋੜ ਨਿਕਲ ਰਿਹਾ ਹੈ। ਇਹ ਹਜੇ ਬਹੁਤ ਕੁਝ ਨਿਕਲਣਾ, ਹਜੇ ਬਹੁਤ ਕੁਝ ਕੱਢਣਾ ਬਾਕੀ ਹੈ। ਤੇ ਵੱਡੇ ਕਾਰਪੋਰੇਟ ਘਰਾਣੇ ਦੇ ਜਿਹੜੇ ਲੋਨ ਜਿਹੜੇ ਲਿੱਤੇ ਗਏ ਸੀਗੇ ਉਹ ਵੀ ਤਾਂ ਮਾਫ ਕੀਤੇ ਨੇ ਨਾ ਕੇਂਦਰ ਸਰਕਾਰ ਨੇ। ਬਿਗੇਸਟ ਅਮਾਉਂਟ ਹੈ ਉਹ ਵੀ। ਨੋਟਬੰਦੀ ਦਾ ਰੌਲਾ ਪਾਇਆ ਇਹਨਾਂ ਨੇ। ਨੋਟਬੰਦੀ ਹੋ ਰਹੀ ਆ। ਅੱਜ ਨੋਟਬੰਦੀ ਦੀ ਅਕਾਊਂਟੇਬਿਲਟੀ ਹੋ, ਨਹੀਂ ਤਾਂ ਦੇਸ਼ ਦੀ ਜੋ ਅੱਜ ਸ੍ਰੀਲੰਕਾ ਦਾ ਹਾਲ ਹੋਇਆ ਤੇ ਸਾਡੇ ਦੇਸ਼ ਦਾ ਹਾਲ ਹੋ ਜਾਣਾ। ਜੇ ਇਹ ਜਿਹੜਾ ਬਿਜਲੀ ਅਮੈਂਡਮੈਂਟ ਬਿੱਲ ਹੈ, ਪਹਿਲਾਂ 2 ਹੀ ਕੰਪਨੀਆਂ ਸੀਗੀਆਂ, ਆਹੀ ਕੇਜਰੀਵਾਲ ਜਿਹੜਾ ਰੌਲਾ ਪਾ ਰਿਹਾ, ਉਹਦੀ ਤਾਂ ਸਭ ਤੋਂ ਜਿਹੜੀ ਡਿਲੀਵਰੀ ਕਰ ਰਹੀ ਹੈ ਉੱਥੇ, ਉਹ ਤਾਂ ਟਾਟਾ ਰਿਲਾਇੰਸ ਕਰ ਰਹੀ ਹੈ। ਸਭ ਤੋਂ ਪਹਿਲਾਂ ਤਾਂ ਕੇਜਰੀਵਾਲ ਦੀ ਆਪਦੀ ਪ੍ਰਾਈਵੇਟ ਹੈਗੀ ਹੈ, ਜਿਹੜਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਕਿ ਮੈਂ ਫ੍ਰੀ ਬਿਜਲੀ ਦੇ ਰਿਹਾ ਹਾਂ। ਉਹ ਕਿਸ ਤਰ੍ਹਾਂ ਦੀ ਫ੍ਰੀ ਬਿਜਲੀ ਦੇ ਰਿਹਾ? ਉਹ ਦੇ ਰਿਹਾ ਐਸਾ ਬਿੱਲ ਦੇਵੇ। ਤੁਸੀਂ ਕਹਿੰਦੇ ਹੋ ਕਿ ਪ੍ਰਾਈਵੇਟਾਈਜੇਸ਼ਨ ਜੇ ਇੰਨੀ ਹੋਈ ਚੰਗੀ ਆ, ਸਾਰਾ ਕੁਝ ਅਸੀਂ ਪ੍ਰਾਈਵੇਟ ਕਰ ਦਈਏ, ਇਹਦਾ ਮਤਲਬ ਫਿਰ ਰੇਲ ਵੀ ਪ੍ਰਾਈਵੇਟ ਹੋ ਜਾਏ, ਸਰਕਾਰੀ ਸਕੂਲ ਵੀ ਪ੍ਰਾਈਵੇਟ ਹੋ ਜਾਣ, ਸਰਕਾਰੀ ਹਸਪਤਾਲ ਪ੍ਰਾਈਵੇਟ ਹੋ ਜਾਣ, ਤਮਾਮ ਸਾਰਾ ਕੁਝ ਪ੍ਰਾਈਵੇਟ ਹੋ ਜਾਵੇ। ਜਿਹੜਾ ਨਹਿਰੂ ਕੈਂਪ ਲਾਉਂਦਾ ਹੁੰਦਾ ਸੀ ਕਿ ਇਹ ਜੇ ਲੋਕ ਪੜ੍ਹ ਲਿਖ ਕੇ ਤਾਂ ਸਾਨੂੰ ਵੋਟ ਨਹੀਂ ਪਾਉਣੀ, ਅੱਜ ਉਹਨਾਂ ਨੇ ਇਸੇ ਕਾਰਨ ਸਿਸਟਮ ਸਾਰਾ ਜਿਹੜਾ ਅਪਸੈਟ ਕੀਤਾ। ਅੱਜ ਆਯੁਸ਼ਮਾਨ ਯੋਜਨਾ ਹੈ, ਇਹ ਫ੍ਰੀ ਯੋਜਨਾ ਨਹੀਂ ਹੈ। ਅੱਜ 10ਵੀਂ ਤੱਕ ਦੀ ਪੜ੍ਹਾਈ ਫ੍ਰੀ ਕੀਤੀ ਹੋਈ ਆ। ਅੱਜ ਜਿਹੜੇ ਸਾਡੇ ਆਰਥਿਕ ਤੌਰ ਤੇ ਦਲਿਤ ਪਰਿਵਾਰ ਦੇ ਬੱਚੇ, ਉਹਨਾਂ ਦਾ ਵਜੀਫਾ ਰਿਹਾ ਉਹ ਵੀ ਖਾ ਗਏ। ਉਹ ਮੰਤਰੀ ਕਾਂਗਰਸ ਦਾ ਜੇਲ੍ਹ 'ਚ ਬੈਠਾ ਹੈ। ਕੇਜਰੀਵਾਲ ਨੇ ਉਹਨਾਂ ਤੇ ਕਿਉਂ ਨਹੀਂ ਕਰ ਰਿਹਾ? ਕਿਤੇ ਨਾ ਕਿਤੇ ਨਾ ਰਾਜਨੀਤਿਕ ਮਨਸ਼ਾ ਹੈਗੀ ਆ ਕਿਸਾਨੀ ਦੇ ਨਾਂ ਤੇ। ਹੌਲੀ ਹੌਲੀ ਇਹ ਵੀ ਜਦੋਂ ਕਿਸਾਨਾਂ ਦੇ ਆਮ ਜਾਗਰੂਕ ਹੋ ਜਾਣਗੇ ਨਾ, ਉਹਨਾਂ ਦੇ ਵੀ ਇਹਨਾਂ ਨਕਾਬ ਉੱਤਰ ਜਾਣਾ ਜਲਦੀ। ਜਿਹੜੀ ਕੀ ਹੁਣ ਬਿਹਾਰ ਦੇ ਵਿੱਚ ਹੋਇਆ, ਬਿਹਾਰ ਦੇ ਵਿੱਚ ਤੁਹਾਡੀ ਸਰਕਾਰ JDU ਤੇ RJD ਦਾ ਗਠਬੰਧਨ ਹੋ ਗਿਆ ਕਾਂਗਰਸ ਵਿੱਚ ਮਿਲ ਕੇ, ਸਾਰਾ ਕੁਝ ਤੁਹਾਡੀ ਸਰਕਾਰ ਦੇ ਬਿਲਕੁਲ ਜਿਹੜੀ ਇਹ ਸੋਚਿਆ ਸੀਗਾ ਕਿ ਇਦਾਂ ਦਾ ਉੱਥੋਂ ਦਾ ਜਿਹੜਾ ਨਤੀਸ਼ ਕੁਮਾਰ ਦੀ ਜਿਹੜੀ ਮੌਕਾ ਪ੍ਰਸਤੀ ਹੈ, ਅਸੀਂ ਨੂੰ ਬਚਾਉਣ ਦੇ ਲਈ ਕਰਪਸ਼ਨ ਹੋ ਰਹੀ ਹੈ, ਇਹਨੂੰ ਨਹੀਂ ਰੁਕ ਰਹੀ। ਮੇਰੇ ਇੰਨੇ ਮੰਤਰੀਆਂ ਤੇ ਰੇਡ ਪਵੇਗੀ, ਇਹ ਫੜੇ ਜਾਣਗੇ। ਉਹਨੇ ਇਹੀ ਸੋਚਿਆ ਮੈਂ ਫਟਾਫਟ ਅਲੱਗ ਹੋ ਜਾਵਾਂ, ਸਰਕਾਰ ਅਲੱਗ ਬਣਾ ਕੇ ਜਦੋਂ ਕੱਲ ਨੂੰ ਗ੍ਰਿਫਤਾਰੀ ਹੋਵੇਗੀ ਤੇ ਮੈਂ ਕਹੂੰਗਾ ਜੀ ਬਦਲਾਖੋਰੀ ਹੋ ਰਹੀ ਹੈ। ਇਹ ਸੱਚ ਦਾ ਇੱਕ ਦਿਨ ਸਾਹਮਣੇ ਆਵੇਗਾ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਜਿਹੜਾ ਖਾਦਾ ਹੈ ਉਹ ਵਾਪਸ ਤਾਂ ਕਰਨਾ ਪੈਣਾ। 2024 ਦੇ ਵਿੱਚ ਭਾਜਪਾ ਮੁੜ ਤੋਂ ਫਿਰ ਰਿਪੀਟ ਹੋ ਪਾਏਗੀ, ਕਿਉਂਕਿ ਜਿਹੜੇ ਹਿਸਾਬ ਨਾਲ ਬਿਹਾਰ ਦੇ ਵਿੱਚ ਹੋਇਆ ਉਹ ਉਸੇ ਤਰੀਕੇ ਦੇ ਨਾਲ ਸਟ੍ਰੈਟਜੀ ਕੀ ਚੱਲ ਰਹੀਆਂ। ਸਤਿ ਸ਼੍ਰੀ ਅਕਾਲ, ਨਿਊਜ਼ ਡੇਟਲਾਈਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਜ਼ਾਦੀ ਦਾ 75ਵਾਂ ਦਿਹਾੜਾ ਮਨਾਇਆ ਜਾ ਰਿਹਾ ਤੇ ਇਸ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ। ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ, ਜੋ ਕਿ ਸੱਤਾ ਦੇ ਵਿੱਚ ਹੈ, ਕੇਂਦਰ ਦੇ ਵਿੱਚ ਤਾਂ ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਲੋਕ ਆਪਣੇ ਘਰਾਂ ਦੇ ਉੱਤੇ ਤਿਰੰਗਾ ਝੰਡਾ ਲਹਿਰਾਉਣ। ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੀ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਇਸ ਮੌਕੇ ਦੇ ਉੱਤੇ ਤੰਜ ਕੱਸ ਰਹੀਆਂ ਨੇ ਤੇ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੀ ਜੋ ਸਟ੍ਰੈਟਜੀ ਚੱਲ ਰਹੀਆਂ ਨੇ ਉਸ ਨੂੰ ਲੈ ਕੇ ਕੁਝ ਲੋਕਾਂ ਦੇ ਸਵਾਲ ਵੀ ਨੇ। ਉਸ ਮੁੱਦੇ ਤੇ ਗੱਲਬਾਤ ਕਰਾਂਗੇ। ਮੇਰੇ ਨਾਲ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਸੁਖਪਾਲ ਸਿੰਘ ਸਰਾਂ ਨੇ। ਗੱਲਬਾਤ ਕਰਦੇ ਹਾਂ। ਸੁਖਪਾਲ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਨਿਊਜ਼ ਡੇਟਲਾਈਨ। ਬਹੁਤ-ਬਹੁਤ ਧੰਨਵਾਦ ਜੀ। ਨਿਊਜ਼ ਡੇਟਲਾਈਨ ਤੇ ਤੁਸੀਂ ਖੁੱਲ੍ਹੀ ਚਰਚਾ ਕਰਨ ਦਾ, ਜਿਹੜੇ ਸਮਾਜਿਕ ਮੁੱਦੇ ਆ ਉਹਨਾਂ ਨੂੰ ਸਾਂਝੇ ਕਰਨ ਦਾ, ਜੋ ਵਿਰੋਧੀ ਪਾਰਟੀਆਂ ਨੇ ਸਮਾਜ ਨੂੰ ਭਰਮਤ ਕੀਤਾ, ਮੈਂ ਆਪਣੇ ਵੱਲੋਂ ਪੂਰਾ ਯਤਨ ਕਰਾਂਗਾ ਕਿ ਸਮਾਜ ਨੂੰ ਉਸ ਵਿਸ਼ੇ 'ਤੇ ਸਹੀ ਪੱਖ ਦੱਸ ਸਕਾਂ ਔਰ ਕਿਸ ਤਰੀਕੇ ਨਾਲ ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਉਸ ਵਿਸ਼ੇ 'ਤੇ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਆਪ ਨੇ ਜਨਤਾ ਦੇ ਰੂਬਰੂ ਹੋਣ ਲਈ ਦਾਸ ਨੂੰ ਸਮਾਂ ਦਿੱਤਾ। ਹਾਂਜੀ, ਮੇਰਾ ਸਵਾਲ ਨਹੀਂ ਸ਼ੁਰੂ ਹੋਇਆ ਸੀਗਾ, ਵਿਪਕਸ਼ ਦੇ ਉੱਤੇ ਤੁਹਾਡਾ ਤੰਜ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਸੀਗਾ, ਪਰ ਫਿਲਹਾਲ ਦੀ ਸਥਿਤੀ ਦੱਸ ਦਿਆਂਗੇ ਕਿ ਆਜ਼ਾਦੀ ਦਾ 75ਵਾਂ ਦਿਹਾੜਾ ਮਨਾਇਆ ਜਾ ਰਿਹਾ। ਠੀਕ ਹੈ ਕਿ ਆਜ਼ਾਦੀ ਸਾਨੂੰ ਮਿਲੀ ਹੈ, ਉਸ ਆਜ਼ਾਦੀ ਦੇ ਦਿਵਸ ਨੂੰ ਅਸੀਂ ਮਨਾਈਏ, ਪਰ ਦੂਸਰੇ ਪਾਸੇ ਜਿਹੜੇ ਵਿਪਕਸ਼ ਨੇ ਜੋ
ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਬੜਾ ਚਰਚਾ ਕਰ ਰਹੇ ਨੇ ਕਿ ਦੇਸ਼ ਦੇ ਵਿੱਚ ਇਹ ਹਾਲਾਤ ਹੋ ਗਏ ਨੇ ਕਿ ਅੱਜ ਸਿਲੰਡਰ ਜਿਹੜਾ ਹੈਗਾ ਬਹੁਤ ਹਾਈਐਸਟ ਰੇਟ ਦੇ ਉੱਤੇ ਜਾ ਚੁੱਕਿਆ ਹੈਗਾ। 1100 ਰੁਪਏ ਦਾ ਸਿਲੰਡਰ ਹੋ ਚੁੱਕਿਆ ਹੈ। ਕਮਰਸ਼ੀਅਲ ਰੇਟ 2100 ਰੁਪਏ ਦਾ ਹੋ ਚੁੱਕਿਆ ਹੈਗਾ ਜਿਹੜਾ ਸਿਲੰਡਰ ਹੈ, ਅਤੇ ਇਸੇ ਤਰੀਕੇ ਦੇ ਨਾਲ ਹੋਰ ਆਟਾ, ਦਾਲ, ਚੀਨੀ ਸਭ ਦਾ ਭਾਅ ਅਸਮਾਨੀ ਹੈ। ਕੀ ਦੇਖਦੇ ਹੈਗੇ ਵੀ ਕੇਂਦਰ ਦੇ ਵਿੱਚ ਸਰਕਾਰ ਕੀ ਕਿਸ ਤਰੀਕੇ ਦੀ ਕਾਰਗੁਜ਼ਾਰੀ ਹੈ? ਦੇਖੋ, ਪਹਿਲਾਂ ਤਾਂ ਮਹਿੰਗਾਈ ਔਰ ਸੁਤੰਤਰਤਾ ਦਾ ਜਿਹੜਾ 75ਵਾਂ ਅੰਮ੍ਰਿਤ ਮਹਾਉਤਸਵ ਹੈ, ਇਹਨੂੰ ਮਹਿੰਗਾਈ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਇਹ ਇੱਕ ਸਾਡੀ ਉਹ ਜਿਹੜੇ ਵੀਰਾਂ ਨੇ ਬਲੀਦਾਨ ਦਿੱਤਾ 1857 ਤੋਂ ਲੈ ਕੇ, ਉਹਨਾਂ ਦੇ ਪ੍ਰਤੀ ਸ਼ਰਧਾਂਜਲੀ ਦੇਣ ਦਾ ਇਹ ਸਾਡਾ 15 ਅਗਸਤ ਹੈਗਾ। ਦੂਸਰਾ ਇੱਕ ਬਹੁਤ ਵੱਡਾ ਦਿਖਾਂਤ ਹੋਇਆ ਸੀਗਾ 14 ਅਗਸਤ ਨੂੰ, ਜਦੋਂ ਸਾਡੇ ਦੇਸ਼ ਦਾ ਵਿਭਾਜਨ ਹੋਇਆ ਔਰ ਜਿਹੜੀਆਂ ਵੱਖਵਾਦੀ ਪਾਰਟੀਆਂ ਅੱਜ ਉਹਨਾਂ ਦੇ ਜਿਹੜੇ ਕਾਲੇ ਕਾਰਨਾਮੇ ਹੋਏ ਆ, ਜਿਹੜੇ ਉਹਨਾਂ ਦੇਸ਼ ਵਿਰੋਧੀ ਕੰਮ ਹੋਏ ਆ, ਉਹਨਾਂ ਦੇ ਉੱਤੇ ਸਮਾਜ ਨੂੰ, ਦੇਸ਼ ਨੂੰ ਜਾਗਰੂਕ ਕਰਨ ਦਾ ਸਮਾਂ ਸੀਗਾ। ਅੱਜ ਜਿਹੜਾ ਇਹ ਪੰਦਰਵਾੜਾ ਚੱਲਦਾ ਪਿਆ, ਪਖਵਾੜਾ ਚੱਲਦਾ ਪਿਆ, ਇਹ ਦੇਸ਼ ਦੇ ਬਹੁਤ ਵੱਡੇ ਦਿਖਾਂਤ, ਜਿਹਦੇ 'ਚ 32 ਲੱਖ ਲੋਕ ਸਾਡੇ ਬੇਘਰ ਹੋਏ, 10 ਲੱਖ ਬੇਗਨਾਹ ਲੋਕਾਂ ਨੂੰ ਇੱਕ ਸੱਤਾ ਦੇ ਖਾਤਰ ਨਹਿਰੂ ਪਰਿਵਾਰ ਨੇ ਉਹਨਾਂ ਨੂੰ ਬਲੀ ਦੀ ਭੇਂਟ ਚੜ੍ਹਾ ਦਿੱਤਾ। ਉਹਨਾਂ ਦੀਆਂ ਕੀਮਤੀ ਜਾਨਾਂ ਗਈਆਂ, ਕਿੰਨੀਆਂ ਹਜ਼ਾਰਾਂ ਸਾਡੀਆਂ ਮਾਵਾਂ ਭੈਣਾਂ ਨਾਲ ਬਲਾਤਕਾਰ ਹੋਏ। ਇਹ ਜਿਹੜਾ ਹਫ਼ਤਾ ਹੈਗਾ, ਇਹ ਆਜ਼ਾਦੀ ਦੇ ਨਾਲ ਨਾਲ ਬਹੁਤ ਵੱਡਾ ਦਿਖਾਂਤ ਵਾਲਾ ਵੀ ਹੈ। ਸਾਨੂੰ ਉਹਨਾਂ ਵੀਰਾਂ ਨੂੰ ਸ਼ਰਧਾਂਜਲੀ ਦੇਣੀ ਪਹਿਲਾ ਫਰਜ਼ ਬਣਦਾ ਹੈਗਾ। ਇਹ ਜਿਹੜੇ ਮਹਿੰਗਾਈ ਦੇ ਜਾਂ ਹੋਰ ਮੁੱਦੇ ਆ, ਜੇ ਸੁਤੰਤਰਤਾ ਇਹਦੇ ਨਾਲ ਨਹੀਂ ਜੋੜ ਕੇ ਦੇਖੇ। ਜੇ ਸੁਤੰਤਰਤਾ ਅਸੀਂ ਤਾਂ ਹੀ ਮਨਾਵਾਂਗੇ ਜਦੋਂ ਸਾਡੀ ਜੇਬ ਦੇ ਵਿੱਚ ਪੈਸਾ ਹੈ, ਜਾਂ ਸਾਡੇ ਕੋਲੇ ਉਸ ਸੁਤੰਤਰਤਾ ਨੂੰ ਮਨਾਉਣ ਦੇ ਲਈ ਜਿਹੜੇ ਸਾਡਾ ਵਿਉਂਤਬੰਦੀ ਹੈ ਉਹ ਸਾਰਾ ਕੁਝ ਸਾਡੇ ਕੋਲੇ ਹੋਵੇ। ਅੱਜ ਦੇ ਹਾਲਾਤ ਕੀ ਨੇ ਦੇਸ਼ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ, ਪਰ ਇਸ ਦੇ ਵਿੱਚ ਬੋਲਣ ਦੇ ਉੱਤੇ ਆਪਾਂ ਕਿਉਂ ਗੁਰੇਜ਼ ਕਰੀਏ? ਮੈਂ ਬਿਲਕੁਲ ਗੁਰੇਜ਼ ਨਹੀਂ ਕਰਦਾ। ਮੈਂ ਉਸੇ ਪੱਖ ਦੱਸਣਾ ਚਾਹੁੰਦਾ, ਜਿੱਥੋਂ ਤੱਕ ਤੁਸੀਂ ਸੁਤੰਤਰਤਾ ਜਾਂ ਆਜ਼ਾਦੀ ਮਨਾਉਣ ਦੇ ਲਈ ਜੇਬ ਵਿੱਚ ਪੈਸਾ ਨਹੀਂ ਹੈ, ਅੱਜ ਦੇਸ਼ ਸਭ ਤੋਂ ਵੱਧ ਜਿਹੜਾ ਸਾਡਾ ਫੋਰਨ ਫੰਡਿੰਗ ਹੈ ਜਿਹੜੀ ਆ, ਉਹ ਜਿਹੜੀ ਹੈਗੀ ਆ, ਜਿਹੜੀ ਪਹਿਲਾਂ 200 ਮਿਲੀਅਨ ਦੇ ਕਰੀਬ ਸੀ, ਉਹ ਅੱਜ 600 ਤੋਂ ਉੱਪਰ ਚਲੀ ਗਈ ਹੈ। ਸਾਡੀ ਜਿਹੜੀ GST ਦੀ ਰਿਟਰਨ ਹੈ, ਉਹ ਜਿਹੜੀ ਸਾਡੀ ਪ੍ਰਧਾਨ ਮੰਤਰੀ ਮੋਦੀ ਜੀ ਦਾ ਲਕਸ਼ਯ ਸੀਗਾ ਕਿ ਮੈਂ 2024 ਤੱਕ 5 ਟ੍ਰਿਲੀਅਨ ਦੀ ਇਕਨੋਮੀ ਕਰਕੇ ਦੇਵਾਂਗਾ, ਉਹ ਉਸ ਤੋਂ ਪਹਿਲਾਂ ਟੱਚ ਕਰ ਰਹੀ ਹੈ। ਅੱਜ 3 ਟ੍ਰਿਲੀਅਨ ਦੀ ਸਾਡੀ GST ਦੀ ਇਕਨੋਮੀ ਹੋ ਗਈ। ਅੱਜ ਜਿਹੜਾ ਅਸੀਂ ਵਿਦੇਸ਼ਾਂ ਤੋਂ ਲੋਨ ਲੈਂਦੇ ਸੀ, ਉਲਟਾ ਅਸੀਂ ਉਹਨਾਂ ਨੂੰ ਵਾਪਸ ਦੇ ਰਹੇ ਹਾਂ। ਜਿਹੜਾ ਇਹਨਾਂ ਨੇ ਬੌਂਡ ਤੇਲ 'ਤੇ ਚੱਕੇ ਸੀਗੇ, ਮਨਮੋਹਨ ਸਰਕਾਰ ਨੇ ਤੇਲ ਦਾ ਰੇਟ ਨਾ ਵਧਣ ਦਿਓ, ਬੌਂਡ ਚੱਕੋ, ਤੇਲ ਦੇ ਰੇਟ ਵੀ ਵਧੇ, ਬੌਂਡ ਵੀ ਉਹਦਾ ਉਸ ਤੋਂ ਜ਼ਿਆਦਾ ਤਾਂ ਅਸੀਂ ਵਿਆਜ ਮੋੜ ਰਹੇ ਹਾਂ। ਇਹ ਜਿਹੜਾ ਗੁੰਮਰਾਹ ਕਰਨ ਪ੍ਰਚਾਰ ਹੈਗਾ ਮਹਿੰਗਾਈ ਦੇ ਨਾਂ 'ਤੇ ਹੋ ਰਿਹਾ। ਅੱਜ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਜਿਹੜੀ ਸਭ ਤੋਂ ਵੱਧ ਰੌਲਾ ਪਾ ਰਹੀ ਹੈ। 110 ਰੁਪਏ ਪੈਟਰੋਲ ਹੈ, 105 ਰੁਪਏ ਉੱਥੇ ਡੀਜ਼ਲ ਹੈ। ਕਿਉਂ ਨਹੀਂ ਘੱਟ ਕਰਦੇ? ਸਭ ਤੋਂ ਮਹਿੰਗਾਈ ਤਾਂ ਰਾਜਸਥਾਨ ਦੇ ਵਿੱਚ ਜਿਹੜੀ ਸਭ ਤੋਂ ਵੱਧ ਗਹਿਲੋਤ ਸਰਕਾਰ ਰੌਲਾ ਪਾ ਰਹੀ ਹੈ। ਇਹ ਸਿਰਫ ਔਰ ਸਿਰਫ ਇਹਨਾਂ ਦਾ ਪ੍ਰੋਪੋਗੰਡਾ ਹੈ। ਇਹ ਬੁਖਲਾਏ ਪਏ ਆ ਕਿ ਅਸੀਂ ਦੇਸ਼ ਨੂੰ ਗੁੰਮਰਾਹ ਕਿਵੇਂ ਕਰੀਏ। ਇਹਨਾਂ ਨੇ 70 ਸਾਲ ਇਹਨਾਂ ਨੇ ਪਹਿਲਾਂ ਆਪਣੇ ਆਪ ਨੂੰ ਜਿਹੜਾ ਢੋਂਗ ਰਚਿਆ ਸੀ ਕਿ ਅਸੀਂ ਬੜੇ ਰਾਸ਼ਟਰ ਭਗਤ ਹੈ, ਕਾਂਗਰਸ ਨੇ ਦੇਸ਼ ਨੂੰ ਆਜ਼ਾਦ ਕਰਾਇਆ। ਅੱਜ ਇਹਨਾਂ ਦੇ ਜਿਹੜੇ ਪੋਤੜੇ ਫਰੋਲੇ ਗਏ ਆ ਕਿ ਸਭ ਤੋਂ ਵੱਡੀ ਵੱਖਵਾਦੀ ਪਾਰਟੀ ਹੈ। ਇਹਨਾਂ ਦੇ ਕਾਰਨ ਹੀ ਪਾਕਿਸਤਾਨ ਬਣਿਆ, ਇਹਨਾਂ ਦੇ ਕਾਰਨ ਹੀ ਤਿੱਬਤ ਸਾਥੋਂ ਅਲੱਗ ਹੋਇਆ, ਇਹਨਾਂ ਦੀ ਪਾਰਟੀ ਨੇ ਹੀ ਕਸ਼ਮੀਰ ਨੂੰ ਵੱਖਰਾ ਦੇਸ਼ ਬਣਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਦੀ ਪਾਰਟੀ ਨੇ ਹੀ POK ਦਿੱਤਾ, ਇਹਨਾਂ ਦੀ ਪਾਰਟੀ ਨੇ ਹੀ ਕੇਸ UN 'ਚ ਲੈ ਕੇ ਗਏ। ਪਰ ਬੜੇ ਅੱਜ ਦੇਸ਼ ਗਰਵ ਕਰ ਰਿਹਾ ਜਿੱਥੇ ਸਾਡੇ ਫੌਜੀਆਂ ਦੇ ਸਿਰ ਕੱਟ ਕੇ ਆ ਰਹੇ ਸੀਗੇ, ਅੱਜ ਉਹ ਮੈਡਲ ਲੈ ਕੇ ਆ ਰਹੇ। ਇਸਰਾ ਸਾਹਿਬ, ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਜੇ ਮਹਿੰਗਾਈ ਵਧਾਉਣੀ ਚਾਹੁੰਦੇ ਹੋ ਤੁਸੀਂ, ਜੇ ਟੈਕਸ ਲੈਣਾ ਚਾਹੁੰਦੇ ਹੋਗੇ ਤਾਂ ਉਸ ਮਿਡਲ ਕਲਾਸ ਜਾਂ ਦੂਸਰੇ ਲੋਕਾਂ ਤੋਂ, ਗਰੀਬ ਲੋਕਾਂ ਤੋਂ ਟੈਕਸ ਕਿਉਂ ਵਸੂਲੇ ਜਾ ਰਹੇ ਆ? ਜਿਹੜੇ ਕਿ ਦੂਸਰੇ ਪਾਸੇ ਵੱਡੇ ਕਾਰਪੋਰੇਟ ਘਰਾਣੇ ਨੇ, ਉਹਨਾਂ ਤੇ ਵੱਡੇ ਟੈਕਸ ਲੈ ਲੈਣ। ਜੇ ਕੋਈ ਵੱਡੇ ਖਰੀਦਦਾਰੀ ਕਰ ਰਿਹਾ, ਜਿਸ ਤਰ੍ਹਾਂ ਕਾਰਾਂ ਖਰੀਦ ਰਹੇ ਨੇ, 에ਅਰ ਟਿਕਟ ਹੈ, ਜੇ ਤੁਸੀਂ ਉਹਨੂੰ ਉਹਦੇ ਤੇ ਮਹਿੰਗੀ ਕਰ ਦਿਓ। ਜੇ ਕੋਈ 12,000 ਦੀ ਟਿਕਟ ਲੈਣਾ ਚਾਹੁੰਦਾ ਸੀਗਾ, ਉਹਨੂੰ 20,000 ਦੀ ਕਰ ਦਿਓ, ਉਸਨੂੰ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜਾ ਜੋ ਗਰੀਬ ਲੋਕ ਹੈ ਉਹਨਾਂ ਦੇ ਉੱਤੇ ਹੀ ਕਿਉਂ? ਪਹਿਲਾਂ ਤਾਂ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ, 2014 ਦਾ ਜਿਹੜੇ ਇਹਨਾਂ ਦਾ ਟੈਕਸ ਦੀ ਹੈਗੀ ਅਮੈਂਡਮੈਂਟ ਹੈਗੀ ਆ, ਉਹ ਦੇਖਣ ਵਾਲੀ ਆ। ਉਹ ਹਰ ਪ੍ਰੋਡਕਟ 'ਤੇ 29% ਹੈ। ਅੱਜ ਦੇਖੋ ਕਿੰਨੀ ਹੈ, ਅੱਜ 14% ਹੈ। ਲੋਐਸਟ 5% ਹੈ। ਜਿਹੜੀ ਆਮ ਪਬਲਿਕ ਦੇ ਵਰਤੋਂ ਵਾਲੀ ਚੀਜ਼ ਹੈ ਉਸ 'ਤੇ 5% ਹੈ। ਜਿਹੜੀ ਖਾਣ ਵਾਲੀ ਵਸਤੂ, ਜਿਹੜਾ ਅਤੀ ਗਰੀਬ ਪਰਿਵਾਰ ਹੈ, ਉਸ 'ਤੇ 14% ਹੈ। ਅਤੇ 29% ਤੋਂ 50% ਤਾਂ ਵੈਸੇ ਘਟਾ ਦਿੱਤਾ। ਅੱਜ ਵੀ ਜਿਹੜੇ ਕਾਲਾ ਬਾਜ਼ਾਰੀ ਕਰਨ ਵਾਲੇ ਹੈਗੇ, ਉਹ ਕਾਂਗਰਸ ਦੇ ਜਾਂ ਉਸ ਪਾਰਟੀਆਂ ਦੇ ਬਹੁਤ ਵੱਡੇ ਇੱਕ ਮਾਫੀਆ ਬੈਠਾ ਹੈ, ਜਿਹੜਾ ਇਹ ਹਜੇ ਤੱਕ ਠੀਕ ਨਹੀਂ। ਹੁਣ ਦੇਖੀ ਜਾ ਰਹੇ ਜੇ 70 ਸਾਲਾਂ ਦੇ ਇਹਨਾਂ ਦੇ ਕੱਪੜੇ ਹਜੇ 70 ਮਹੀਨਿਆਂ 'ਚ ਨਿਕਲ ਰਹੇ ਆ। ਕਿਸੇ ਦੇ ਘਰੋਂ 200 ਕਰੋੜ ਨਿਕਲਿਆ, ਕਿਸੇ ਦੇ 1000 ਕਰੋੜ ਨਿਕਲ ਰਿਹਾ ਹੈ। ਇਹ ਹਜੇ ਬਹੁਤ ਕੁਝ ਨਿਕਲਣਾ, ਹਜੇ ਬਹੁਤ ਕੁਝ ਕੱਢਣਾ ਬਾਕੀ ਹੈ। ਇਹਨਾਂ ਨੇ ਬਹੁਤ ਨੀਰਵ ਮੋਦੀ ਵਰਗੇ ਭਜਾਏ ਆ, ਮਾਲਿਆ ਵਰਗੇ ਭਜਾਏ ਆ ਦੇਸ਼ 'ਚੋਂ,
ਝੂਠੇ ਲੋਨ ਦੇ ਕੇ ਗਲਤ ਲੋਨ ਦੇ ਕੇ ਉਹ ਸਾਰੀ ਰਿਕਵਰੀ ਹੋ ਰਹੀ ਹੈ। ਜਿਹੜੇ ਵੱਡੇ ਕਾਰਪੋਰੇਟ ਘਰਾਣੇ ਦੇ ਜਿਹੜੇ ਲੋਨ ਜਿਹੜੇ ਲਿੱਤੇ ਗਏ ਸੀਗੇ ਉਹ ਵੀ ਤਾਂ ਮਾਫ ਕੀਤੇ ਨੇ ਨਾ ਕੇਂਦਰ ਸਰਕਾਰ ਨੇ, ਬਿਗੇਸਟ ਅਮਾਊਂਟ ਹੈ ਉਹ ਵੀ। ਜੀ ਮੈंने ਕਹਿੰਦੇ ਤੁਸੀਂ ਇੱਕ ਨਿਊਜ਼ ਪੜ੍ਹਦੇ ਹੋ ਜਾਂ ਇੱਕ ਚੀਜ਼ ਦੇਖਦੇ ਹੋ ਕਿ ਵਿਜੇ ਮਾਲਿਆ ਲੋਨ ਦਿੱਤਾ ਗਿਆ, ਉਸ ਤੋਂ 13 ਗੁਣਾ ਤੋਂ ਉਸ ਤੋਂ ਰਿਕਵਰ ਹੋ ਗਿਆ। ਉਹਨੇ ਔਨ ਰਿਕਾਰਡ ਰਿਟਨ ਕੋਰਟ 'ਚ ਦਿੱਤਾ ਕਿ ਮੈਥੋਂ ਜੇ 13,000 ਕਰੋੜ ਦਾ ਮੈਥੋਂ ਲੋਨ ਲਿਆ ਸੀ ਤਾਂ 26,000 ਕਰੋੜ ਦਾ ਮੇਰੀ ਪ੍ਰਾਪਰਟੀ ਸੀਲ ਹੋ ਚੁੱਕੀ ਹੈ, ਮੈਂ ਜ਼ਬਤ ਹੋ ਚੁੱਕੀ ਹੈ, ਤਾਂ ਉਹਦੇ ਲੋਨ ਤੋਂ ਤਾਂ ਕਈ ਗੁਣਾ ਵਾਪਸ ਹੋ ਗਈ। ਇਸੇ ਤਰ੍ਹਾਂ ਨੀਰਵ ਮੋਦੀ ਹੈ, ਉਸ ਦੀ ਤੁਸੀਂ ਪ੍ਰਾਪਰਟੀ ਦੇਖੋ, ਉਸ ਤੋਂ ਕਈ ਗੁਣਾ ਜ਼ਿਆਦਾ ਹੋਗੀ। ਇਹ ਕਿਸੇ ਨੂੰ ਵੀ ਨਰਿੰਦਰ ਮੋਦੀ ਦਾ ਜਿਹੜਾ ਪੱਖਪਾਤ ਵਾਲੀ ਸਰਕਾਰ ਨਹੀਂ ਹੈ, ਚਾਹੇ ਉਹਨਾਂ ਦਾ ਪਰਿਵਾਰ ਦਾ ਹੋਵੇ, ਚਾਹੇ ਭਾਰਤੀ ਜਨਤਾ ਪਾਰਟੀ ਸਰਕਾਰ ਦਾ ਹੋਵੇ, ਚਾਹੇ ਉਹ ਵਿਪਕਸ਼ ਦਾ ਹੋਵੇ, ਕਿਸੇ ਨੂੰ ਬਖਸ਼ਣ ਵਾਲੇ ਨਹੀਂ ਹੈ। ਉਹਨਾਂ ਦਾ ਇੱਕੋ ਜਿਹੜਾ ਨਾਅਰਾ ਦਿੱਤਾ, ਨਾ ਖਾਊਂਗਾ ਨਾ ਖਾਣੇ ਦੂੰਗਾ, ਉਸ 'ਤੇ ਅੱਜ ਸਭ ਬਚਨ ਉਹਨਾਂ ਦੇ ਸੱਤ ਹੋ ਰਹੇ ਆ। ਔਰ ਇਹ ਜਿਹੜੇ ਡਰਦੇ ਮਾਰੇ ਜਿਹੜੇ ਈਡੀ ਦੇ ਛਾਪੇ ਪੈ ਰਹੇ ਆ, ਜਿਹੜਾ ਤੋਂ ਕਿੰਨੀ ਵੱਡੀ ਰਿਕਵਰੀ ਹੋ ਰਹੀ ਹੈ, ਉਹ ਪੈਸਾ ਆਖਰ ਦੇਸ਼ ਦੇ ਤਾਂ ਜਮ੍ਹਾਂ ਹੋ ਰਿਹਾ। ਨੋਟਬੰਦੀ ਦਾ ਰੌਲਾ ਪਾਇਆ ਇਹਨਾਂ ਨੇ, ਨੋਟਬੰਦੀ ਹੋ ਰਹੀ ਆ। ਅੱਜ ਨੋਟਬੰਦੀ ਨਾਲ ਅਕਾਊਂਟੇਬਿਲਟੀ ਹੋ, ਨਹੀਂ ਤਾਂ ਦੇਸ਼ ਦੀ ਜੋ ਅੱਜ ਸ੍ਰੀਲੰਕਾ ਦਾ ਹਾਲ ਹੋਇਆ, ਇਹ ਸਾਡੇ ਦੇਸ਼ ਦਾ ਹਾਲ ਹੋ ਜਾਣਾ ਸੀ। ਪਰ ਇਹ ਕੀ ਹੈ ਕਿ ਝੂਠ ਦਾ ਜਿਹੜਾ ਪਰੋਸਿਆ ਜਾਂਦਾ, ਉਹਨੂੰ ਬੜੇ ਤਰੀਕੇ ਨਾਲ ਇਹਨੂੰ ਪਰੋਸਣਾ ਆਉਂਦਾ ਹੈ। ਕੌਣ ਬੋਲਦਾ ਸਰਾਜ ਸਾਹਿਬ? ਜਦੋਂ ਕੀ ਗੱਲ ਹੋਈ ਸੀਗੀ, ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਤਾਂ ਉਸ ਦੇ ਵਿੱਚ ਇੱਕ ਜਿਹੜਾ ਮਤਾ ਪਾਸ ਹੋਇਆ ਸੀਗਾ, ਜਿਹਦੇ ਵਿੱਚ ਇਹ ਰੱਖਿਆ ਗਿਆ ਸੀਗਾ ਕਿ ਜਿਹੜਾ ਬਿਜਲੀ ਸੋਧ ਜਿਹੜਾ ਬਿੱਲ ਹੈ, ਜਿਹੜਾ ਕਿ ਇਲੈਕਟ੍ਰਿਸਿਟੀ ਬਿੱਲ ਅਮੈਂਡਮੈਂਟ ਜਿਹੜਾ ਇੱਕ ਹੁਣ ਪਾਸ ਕਰਨ ਦੀ ਪਲਾਨਿੰਗ ਚੱਲ ਰਹੀ ਹੈਗੀ, ਤੇ ਉਹਦੇ ਵਿੱਚ ਇਹ ਮਤਾ ਰੱਖਿਆ ਗਿਆ ਸੀਗਾ ਕਿ ਜਿੱਥੇ ਕਿਸਾਨ ਜਥੇਬੰਦੀਆਂ ਤੇ ਹੋਰ ਜਿਹੜੇ ਆਗੂ ਨੇ ਉਸ ਦੇ ਵਿੱਚ ਬੈਠ ਕੇ ਇਹ ਮਤਾ ਜਿਹੜਾ ਹੈਗਾ ਇਹ ਪਾਸ ਨਹੀਂ ਕੀਤਾ ਜਾਏਗਾ, ਤੇ ਜੇਕਰ ਪਾਸ ਕਰਨ ਦਾ ਫੈਸਲਾ ਹੋਇਆ ਤਾਂ ਉਹਨਾਂ ਨੂੰ ਵਿੱਚ ਲਿਆ ਜਾਏਗਾ। ਤੇ ਕਿਸ ਤਰੀਕੇ ਦੇ ਨਾਲ ਮੈਨੂੰ ਬੜਾ ਚਰਜ ਹੈ ਕਿ ਜਿਹੜਾ ਬਿਜਲੀ ਅਮੈਂਡਮੈਂਟ ਬਿੱਲ ਹੈ ਉਹਦਾ ਕਿਸਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਅਮੈਂਡਮੈਂਟ ਅੱਜ ਇਹ ਗੱਲ ਫਿਰ ਪਹਿਲਾਂ ਕਿਉਂ ਨਹੀਂ ਦੇਖੀ ਗਈ? ਇਹਦੇ ਵਿੱਚ ਤਾਂ ਪਹਿਲਾਂ ਤੁਹਾਡੇ ਤੋਂ ਸਵਾਲ ਕਰਦਾ ਹਾਂ। ਪਹਿਲਾਂ ਸਾਡੇ ਦੇਸ਼ ਦੇ ਵਿੱਚ ਇੱਕੋ ਟੀਵੀ ਹੁੰਦਾ ਸੀ, ਡੀਡੀ ਨਿਊਜ਼ ਹੁੰਦਾ ਸੀ, ਫਿਰ ਜੀ ਨਿਊਜ਼ ਆ ਗਿਆ, ਫਿਰ ਆਜ ਤੱਕ ਆ ਗਿਆ, ਫਿਰ ਕਿੰਨੇ ਚੈਨਲ ਆ ਗਏ, ਫਿਰ ਵੀ ਲੋਕਾਂ ਦੀ ਜਿਹੜੀ ਖਬਰ ਸੀਗੀ ਸੱਚਾਈ ਸਾਹਮਣੇ ਨਹੀਂ ਆ ਰਹੀ ਸੀ। ਅੱਜ ਘਰ ਘਰ ਇੰਨੇ ਚੈਨਲ ਹੋ ਗਏ, ਕੋਈ ਵੀ ਤੁਹਾਡੇ ਵਰਗੇ YouTube ਚੈਨਲ ਅੱਜ ਕਿੰਨੇ ਪਪੂਲਰ ਹੋ ਰਹੇ ਆ। ਉਹ ਕਿਸ ਕਰਕੇ ਹੋਏ ਆ ਕਿ ਸਮਾਜ ਦੀ ਆਵਾਜ਼ ਪਹੁੰਚਾਈ ਜਾਵੇ, ਤਾਂ ਉਹਦਾ ਪਬਲਿਕ ਨੂੰ ਫਾਇਦਾ ਹੋਇਆ ਨਾ। ਜੇ ਇਹ ਜਿਹੜਾ ਬਿਜਲੀ ਅਮੈਂਡਮੈਂਟ ਬਿੱਲ ਹੈ, ਪਹਿਲਾਂ ਦੋ ਹੀ ਕੰਪਨੀਆਂ ਸੀਗੀਆਂ, ਆਹੀ ਕੇਜਰੀਵਾਲ ਜਿਹੜਾ ਰੌਲਾ ਪਾ ਰਿਹਾ, ਉਹਦੀ ਤਾਂ ਸਭ ਤੋਂ ਜਿਹੜੀ ਡਿਲੀਵਰੀ ਕਰ ਰਹੀ ਹੈ ਉੱਥੇ, ਉਹ ਤਾਂ ਟਾਟਾ ਰਿਲਾਇੰਸ ਕਰ ਰਹੀ ਹੈ, ਉਹ ਪ੍ਰਾਈਵੇਟ ਹੀ ਹੈ ਜਿਹੜੀ ਉੱਥੇ ਕਰ ਰਹੀ ਹੈ ਸਾਰੀ। ਜੇ ਉੱਥੇ 5 ਕੰਪਨੀਆਂ ਹੋਰ ਆ ਜਾਣੀਆਂ, ਪਬਲਿਕ ਨੂੰ ਫਾਇਦਾ ਹੋਊਗਾ, ਨੁਕਸਾਨ ਹੋਊਗਾ। ਜਿਹੜਾ ਬਿਜਲੀ ਸਸਤੀ ਦੇਊਗਾ, ਕੱਲ੍ਹ ਜਿਵੇਂ ਅੱਜ ਮੋਬਾਈਲ ਸੀਗੇ, ਉਹ ਇਹਨਾਂ ਨੇ ਉਹ ਕਰਤਾ ਟਰਾਈ ਨੇ ਕਿ ਜੀ ਤੁਸੀਂ ਟਾਟਾ ਲੈਣਾ ਨੰਬਰ ਸੇਮ ਰਹੂਗਾ, ਤੁਸੀਂ ਰਿਲਾਇੰਸ ਦਾ ਲੈ ਲਓ ਸਸਤਾ। ਰਿਲਾਇੰਸ ਮਹਿੰਗਾ ਲੱਗਦਾ, ਤੁਸੀਂ ਵੋਡਾਫੋਨ ਦਾ ਲੈ ਲਓ ਸਸਤਾ। ਜੇ ਵੋਡਾਫੋਨ ਦਾ ਮਹਿੰਗਾ ਲੱਗਦਾ ਤਾਂ ਦੂਸਰੀ ਕੰਪਨੀ ਦਾ ਸਸਤਾ ਲੈ ਲਓ। ਪ੍ਰਾਈਵੇਟਾਈਜੇਸ਼ਨ ਕਿਉਂ? ਕਿਉਂਕਿ BSNL ਦੀ ਗੱਲ ਦੱਸੋ ਤੁਸੀਂ, BSNL ਕਿੱਥੇ ਆ? ਅੱਜ ਸੁਣੋ ਪਹਿਲਾਂ ਬਿਜਲੀ ਤੇ, ਹੁਣ ਜੇ ਉੱਥੇ 5 ਕੰਪਨੀਆਂ ਆ ਗਈਆਂ ਬਿਜਲੀ ਦੀਆਂ, ਤਾਂ ਕੱਲ੍ਹ ਨੂੰ ਜੇ ਤੇਰਾ ਬਿੱਲ ਜ਼ਿਆਦਾ ਆ ਰਿਹਾ, ਕਹੀ ਯਾਰ ਤੁਹਾਡਾ ਮੀਟਰ ਠੀਕ ਨਹੀਂ ਹੈ, ਮੈਂ ਤਾਂ ਫਲਾਨੀ ਟਾਟਾ ਦਾ ਮੀਟਰ ਲਵਾਉਣਾ, ਮੀਟਰ ਸੇਮ ਰਹੇਗਾ, ਕਨੈਕਸ਼ਨ ਉਹਨਾਂ ਲਾਊਂਗਾ, ਕਿਹੜਾ ਸਸਤੀ ਦਿੰਦਾ। ਇਹ ਕੰਪੀਟੀਸ਼ਨ ਕਰਾਉਣਾ ਇਹ ਕੋਈ ਮਾੜੀ ਚੀਜ਼ ਨਹੀਂ। ਬਿਜਲੀ ਅਮੈਂਡਮੈਂਟ ਤਾਂ ਸੇਮ ਚੀਜ਼ ਹੈ। ਅੱਜ ਉੜੀਸਾ ਸਾਰਾ ਪ੍ਰਾਈਵੇਟਾਈਜੇਸ਼ਨ ਹੈ, ਛੱਤੀਸਗੜ੍ਹ ਪ੍ਰਾਈਵੇਟਾਈਜੇਸ਼ਨ ਹੈ, ਆਗਰੇ ਦੇ ਵਿੱਚ ਪ੍ਰਾਈਵੇਟ ਬਿਜਲੀ ਜਿਹੜੀ ਕੰਪਨੀ ਉਹ ਦੇ ਰਹੀ ਹੈ। ਤੇ ਸਭ ਤੋਂ ਪਹਿਲਾਂ ਤਾਂ ਕੇਜਰੀਵਾਲ ਦੀ ਆਪਦੀ ਪ੍ਰਾਈਵੇਟ ਹੈਗੀ ਹੈ, ਜਿਹੜਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਕਿ ਮੈਂ ਫ੍ਰੀ ਬਿਜਲੀ ਦੇ ਰਿਹਾ ਹੈ। ਉਹ ਕਿਸ ਤਰ੍ਹਾਂ ਦੀ ਫ੍ਰੀ ਬਿਜਲੀ ਦੇ ਰਿਹਾ? ਉਹ ਦੇਵੇ ਐਸਾ ਬਿੱਲ ਦੇਵੇ। ਫ੍ਰੀ ਬਿਜਲੀ ਜਦੋਂ ਫ੍ਰੀ ਪੈਦਾ ਨਹੀਂ ਹੋ ਸਕਦੀ, ਕਿਵੇਂ ਦਿੱਤੀ ਜਾ ਸਕੂਗੀ? ਇਹ ਇੱਧਰਲਾ ਕੰਨ ਇੱਧਰ ਹੀ ਫੜ ਕੇ ਦੂਜੇ ਪਾਸੇ ਟੈਕਸ ਕਮਾ ਰਹੇ ਆ। ਮੈਂ ਇਹੀ ਕਹਿਣਾ ਕਿ ਇਹ ਝੂਠ ਬੋਲਣ ਵਾਲੀਆਂ ਪਾਰਟੀਆਂ, ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਕੇਜਰੀਵਾਲ ਹੋਵੇ, ਇਹਨਾਂ ਦਾ ਪਰਦਾ ਦੀ ਗੱਲ ਕਰਦੇ ਹੋ ਕਿ ਤੁਸੀਂ ਕਹਿੰਦੇ ਹੋ ਕਿ ਪ੍ਰਾਈਵੇਟਾਈਜੇਸ਼ਨ ਜੇ ਇੰਨੀ ਹੋਈ ਚੰਗੀ ਆ, ਸਾਰਾ ਕੁਝ ਅਸੀਂ ਪ੍ਰਾਈਵੇਟ ਕਰ ਦਈਏ, ਇਹਦਾ ਮਤਲਬ ਫਿਰ ਰੇਲ ਵੀ ਪ੍ਰਾਈਵੇਟ ਹੋ ਜਾਏ, ਸਰਕਾਰੀ ਸਕੂਲ ਵੀ ਪ੍ਰਾਈਵੇਟ ਹੋ ਜਾਣ, ਸਰਕਾਰੀ ਹਸਪਤਾਲ ਪ੍ਰਾਈਵੇਟ ਹੋ ਜਾਣ, ਤਮਾਮ ਸਾਰਾ ਕੁਝ ਪ੍ਰਾਈਵੇਟ ਹੋ ਜਾਵੇ। ਮੈਂ ਇੱਥੇ ਸਰਵਜਨਕ ਮੰਚ ਤੇ ਬੈਠਾ। ਅੱਜ ਪ੍ਰਾਈਵੇਟ ਸਕੂਲ ਦਾ ਤੇ ਸਰਕਾਰੀ ਸਕੂਲ ਦਾ ਜਿਹੜੇ ਹਾਲਾਤ ਹੈਗੇ ਆ, ਉਹ ਦੇਖਣਯੋਗ ਹੈ, ਤਰਸਯੋਗ ਹੈ। ਕਿਹਨੇ ਬਣਾਏ ਨੇ ਇਹ? ਸਾਡੀਆਂ ਉਸ ਸਮੇਂ ਜਿਹੜੇ 70 ਸਾਲ ਸਰਕਾਰਾਂ ਸੀਗੀਆਂ, ਜਿਹੜੀਆਂ ਕਹਿੰਦੀਆਂ ਸੀ ਪੜ੍ਹ ਲਿਖ ਨਾ ਜਾਣ, ਜਿਹੜਾ ਨਹਿਰੂ ਕੈਂਪ ਲਾਉਂਦਾ ਹੁੰਦਾ ਸੀ ਕਿ ਇਹ ਜੇ ਲੋਕ ਪੜ੍ਹ ਲਿਖ ਕੇ ਤਾਂ ਸਾਨੂੰ ਵੋਟ ਨਹੀਂ ਪਾਉਣੀ। ਅੱਜ ਉਹਨਾਂ ਨੇ ਇਸੇ ਕਾਰਨ ਸਿਸਟਮ ਸਾਰਾ ਜਿਹੜਾ ਅਪਸੈਟ ਕੀਤਾ ਹੋਇਆ, ਉਹਦੀ ਦੇਣ ਹੈ। ਬਰਾਬਰ ਪ੍ਰਾਈਵੇਟ ਸਕੂਲ ਖੋਲ੍ਹਤੇ, ਉਹ ਪ੍ਰਾਈਵੇਟ ਸਕੂਲ ਖੋਲ੍ਹਣ ਨਾਲ ਸਾਡੇ ਜਿਹੜੇ ਸਰਕਾਰੀ ਟੀਚਰ, ਨੌਕਰੀ ਸਰਕਾਰੀ ਚਾਹੀਦੀ, ਲੇਕਿਨ ਬੱਚੇ ਪ੍ਰਾਈਵੇਟ 'ਚ ਪੜ੍ਹ ਰਹੇ ਆ। ਕੀ ਗੱਲ? ਇਹਦੇ ਲਈ ਖੁਦ ਸਮਾਜ ਵੀ ਜ਼ਿੰਮੇਵਾਰ ਹੈ, ਇਕੱਲੀ ਸਰਕਾਰਾਂ ਦੇ ਮੈਂ ਨਹੀਂ ਕਹੂੰਗਾ, ਅਧਿਆਪਕ ਵਰਗ ਵੀ ਜ਼ਿੰਮੇਵਾਰ ਹੈ ਇਸ ਦੇ ਵਿੱਚ, ਕਿ ਉਹਨਾਂ ਨੇ ਸਮਾਜ ਦੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਜੇ ਆਪਦੇ ਬੱਚੇ ਉੱਥੇ ਪੜ੍ਹਾਉਂਦੇ ਹੋ ਤਾਂ ਸ਼ਾਇਦ ਅੱਜ ਜਿਹੜਾ ਪ੍ਰਾਈਵੇਟਾਈਜੇਸ਼ਨ ਜਿਹੜਾ ਸਕੂਲ ਦਾ, ਮੈਂ ਉਹਦੇ ਬਿਲਕੁਲ ਹੱਕ 'ਚ ਨਹੀਂ ਕਿ ਸਕੂਲ ਐਜੂਕੇਸ਼ਨ ਦਾ ਪ੍ਰਾਈਵੇਟਾਈਜੇਸ਼ਨ ਹੋਵੇ। ਮੈਂ ਕਹਿੰਦਾ ਐਜੂਕੇਸ਼ਨ ਔਰ ਸਵਾਸਥ ਇਹ ਦੋਨੇ ਫ੍ਰੀ ਹੋਣੇ ਚਾਹੀਦੇ ਆ। ਇੰਨੇ ਸਾਲਾਂ 'ਚ ਹੋਏ ਕਿਉਂ ਨਹੀਂ ਹੈ? ਇਹ ਉਸ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ। ਅੱਜ ਆਯੁਸ਼ਮਾਨ ਯੋਜਨਾ ਹੈ, ਇਹ ਫ੍ਰੀ ਯੋਜਨਾ ਨਹੀਂ ਹੈ। ਅੱਜ 10ਵੀਂ ਤੱਕ ਦੀ ਪੜ੍ਹਾਈ ਫ੍ਰੀ ਕੀਤੀ ਹੋਈ ਆ। ਅੱਜ ਜਿਹੜੇ ਸਾਡੇ ਆਰਥਿਕ ਤੌਰ 'ਤੇ ਦਲਿਤ ਪਰਿਵਾਰ ਦੇ ਬੱਚੇ, ਉਹਨਾਂ ਦਾ ਵਜੀਫਾ ਆ ਰਿਹਾ, ਉਹ ਵੀ ਖਾ ਗਏ। ਇਹ ਉਹ ਮੰਤਰੀ ਕਾਂਗਰਸ ਦਾ ਜੇਲ੍ਹ 'ਚ ਬੈਠਾ ਹੈ, ਕੇਜਰੀਵਾਲ ਨੇ ਉਹਨਾਂ 'ਤੇ ਕਿਉਂ ਨਹੀਂ ਕਰ ਰਿਹਾ?
ਕਿਉਂ ਨਹੀਂ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਉੱਤੇ ਉਹ ਕਰਦੇ? ਥੋੜਾ ਜਿਹਾ ਪ੍ਰਾਈਵੇਟਾਈਜੇਸ਼ਨ ਤੋਂ ਹਟ ਕੇ ਜਿਹੜਾ ਪਿਛਲਾ ਸਵਾਲ ਸੀ ਉਸ ਦੇ ਵਿੱਚ ਆ ਜਾਈਏ, ਜਿਹੜਾ ਕਿ ਬਿਜਲੀ ਸੋਧ ਬਿੱਲ ਜਿਹੜਾ ਲੈ ਕੇ ਆਏ ਨੇ, ਉਹਦੇ ਵਿੱਚ ਤੁਸੀਂ ਕਿਸਾਨਾਂ ਦੇ ਪੱਖ ਨੂੰ ਕਿਸ ਤਰੀਕੇ ਨਾਲ ਵੇਖ ਰਹੇ ਹੋ? ਕਿਸਾਨਾਂ ਦੇ ਵੱਲੋਂ ਐਜੀਟੇਸ਼ਨ ਦੁਆਰਾ ਫਿਰ ਮੁੜ ਕੇ ਉਲੀਕਣ ਦੀ ਪਲਾਨਿੰਗ ਚੱਲ ਰਹੀ ਹੈ ਕਿ ਇਹਨਾਂ ਨੇ ਜਿਹੜਾ ਕਿ ਮੁੜ ਤੋਂ ਫਿਰ ਇਹ ਬਿਜਲੀ ਸੋਧ ਬਿੱਲ ਲੈ ਕੇ ਪਾਰਲੀਮੈਂਟ ਦੇ ਵਿੱਚ। ਦੇਖੋ, ਕਿਸੇ ਨੇ ਐਜੀਟੇਸ਼ਨ ਕਰਨੀ, ਧਰਨਾ ਪ੍ਰਦਰਸ਼ਨ ਕਰਨਾ, ਉਸ ਨੂੰ ਕਾਨੂੰਨੀ ਰਾਈਟ ਹੈ, ਲੇਕਿਨ ਜਿਹੜਾ ਬਿਜਲੀ ਬਿੱਲ ਹੈਗਾ, ਮੈਂ ਵੀ ਕਿਸਾਨ ਪਰਿਵਾਰ 'ਚ, ਉਹਦਾ ਕਿਸਾਨੀ ਨਾਲ ਕੋਈ ਤਾਲੁਕ ਨਹੀਂ, ਉਹਦਾ ਤਾਲੁਕ ਹੈਗਾ ਕਿਸੇ ਨੂੰ ਸਰਵਿਸ ਦੇਣੀ। ਪਹਿਲਾਂ ਜੇ ਕਿਸੇ ਨੂੰ ਸਰਵਿਸ ਦੇ ਰਹੇ ਆ, ਜੇ 4 ਕੰਪਨੀਆਂ ਆ ਗਈਆਂ ਜਿਹਦੀ ਲੋੜ ਉਸ ਦੀ ਲਓ ਬਿਜਲੀ। ਲਿਖਤ ਰੂਪ ਦੇ ਵਿੱਚ ਇਹ ਵਾਅਦਾ ਕੀਤਾ ਗਿਆ ਸੀ, ਜੇਕਰ ਇਸ ਦੇ ਵਿੱਚ ਬਿੱਲ ਲੈ ਕੇ ਆਵਾਂਗੇ ਤਾਂ ਅਸੀਂ ਤੁਹਾਨੂੰ ਜ਼ਰੂਰ ਬੁਲਾਵਾਂਗੇ। ਲਿਖਤ ਰੂਪ ਦੇ ਵਿੱਚ ਜਿਹੜੀ ਉਹ ਕਮੇਟੀ ਬਣੀ ਆ, ਉਸ ਕਮੇਟੀ ਦੇ ਅੱਜ ਵੀ ਮੈਂਬਰ ਬਣੇ ਆ, ਇਹਨਾਂ ਨੇ ਹਮੇਸ਼ਾ ਉਸ ਕਮੇਟੀ ਦਾ ਬਾਈਕਾਟ ਕੀਤਾ, ਤਾਂ ਬੁਲਾ ਰਹੇ ਵੀ ਆਓ। ਇਹਨਾਂ ਨੇ ਤਾਂ ਅੱਜ ਤੱਕ ਮੈਂਬਰ ਦੇਣੇ ਸੀ, ਉਸ ਕਮੇਟੀ 'ਚ ਦੇਣ ਲਈ ਮੈਂਬਰ ਨਹੀਂ ਦੇ ਰਹੇ। ਇਹ ਕਿਤੇ ਨਾ ਕਿਤੇ ਇਹਨਾਂ ਦੀ ਰਾਜਨੀਤਿਕ ਮਨਸ਼ਾ ਹੈਗੀ ਆ ਕਿਸਾਨੀ ਦੇ ਨਾਂ 'ਤੇ। ਹੌਲੀ ਹੌਲੀ ਇਹ ਵੀ ਜਦੋਂ ਕਿਸਾਨਾਂ ਦੇ ਆਮ ਜਾਗਰੂਕ ਹੋ ਜਾਣਗੇ ਨਾ, ਉਹਨਾਂ ਦੇ ਵੀ ਇਹਨਾਂ ਨਕਾਬ ਉੱਤਰ ਜਾਣਾ ਜਲਦੀ। ਜਿਹੜੀ ਇਸ ਤਰ੍ਹਾਂ ਦੇ ਏਜੰਡਾ ਇਹਨਾਂ ਦਾ ਪੋਲੀਟੀਕਲ ਹੈ ਔਰ ਗਮਰਾਹ ਮੋਢੇ 'ਤੇ ਕਿਸੇ ਦੇ ਹੋਰ 'ਤੇ ਰੱਖ ਕੇ ਬੰਦੂਕ ਚਲਾ ਰਹੇ ਆ, ਇਹ ਬੰਦੂਕ ਬਹੁਤਾ। ਇਹ ਵੀ ਇੱਕ ਸਵਾਲ ਦਾ ਜਵਾਬ, ਜਿਹੜੀ ਕਿ ਹੁਣ ਬਿਹਾਰ ਦੇ ਵਿੱਚ ਹੋਇਆ। ਬਿਹਾਰ ਦੇ ਵਿੱਚ ਤੁਹਾਡੀ ਸਰਕਾਰ JDU ਤੇ RJD ਦਾ ਗਠਬੰਧਨ ਹੋ ਗਿਆ, ਕਾਂਗਰਸ ਵਿੱਚ ਮਿਲ ਕੇ ਸਾਰਾ ਕੁਝ ਤੁਹਾਡੀ ਸਰਕਾਰ ਦੇ ਬਿਲਕੁਲ ਜਿਹੜੀ ਇਹ ਸੋਚਿਆ ਸੀਗਾ ਕਿ ਇਦਾਂ ਦਾ ਹੋ ਜਾਣਾ, ਜੇਕਰ ਸਾਰਾ ਕੁਝ ਸਰਕਾਰ ਭੰਗ ਨਹੀਂ ਹੋਈ। ਉੱਥੋਂ ਦਾ ਜਿਹੜਾ ਨਤੀਸ਼ ਕੁਮਾਰ ਦੀ ਜਿਹੜੀ ਮੌਕਾ ਪ੍ਰਸਤੀ ਹੈ, ਉਹ ਉਜਾਗਰ ਹੋ ਗਈ ਕਿ ਕਰਪਸ਼ਨ ਦੇ ਆਪਣੇ ਸਾਥੀਆਂ ਨੂੰ ਬਚਾਉਣ ਦੇ ਲਈ ਜਦੋਂ ਉਹਨਾਂ 'ਤੇ ਰੇਡ ਪੈਣ ਦੀ ਸੀਗੀ ਕਿ ਆਹ ਕਰਪਸ਼ਨ ਹੋ ਰਹੀ ਹੈ, ਇਹਨੂੰ ਨਹੀਂ ਰੁਕ ਰਹੀ, ਤਾਂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰੇ ਇੰਨੇ ਮੰਤਰੀਆਂ 'ਤੇ ਰੇਡ ਪਵੇਗੀ, ਇਹ ਫੜੇ ਜਾਣਗੇ ਜਿਸ ਤਰ੍ਹਾਂ ਮਮਤਾ ਬੈਨਰਜੀ ਦੇ ਫੜੇ ਜਾ ਰਹੇ ਆ, ਤਾਂ ਉਹਨੇ ਇਹੀ ਸੋਚਿਆ ਮੈਂ ਫਟਾਫਟ ਅਲੱਗ ਹੋ ਜਾਵਾਂ, ਸਰਕਾਰ ਅਲੱਗ ਬਣਾ ਕੇ ਜਦੋਂ ਕੱਲ੍ਹ ਨੂੰ ਗ੍ਰਿਫਤਾਰੀ ਹੋਵੇਗੀ ਤਾਂ ਮੈਂ ਕਹੂੰਗਾ ਜੀ ਬਦਲਾਖੋਰੀ ਹੋ ਰਹੀ ਹੈ। ਇਹ ਸੱਚ ਦਾ ਇੱਕ ਦਿਨ ਸਾਹਮਣੇ ਆਵੇਗਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਜਿਹੜਾ ਖਾਧਾ ਹੈ ਉਹ ਵਾਪਸ ਤਾਂ ਕਰਨਾ ਪੈਣਾ। ਜੇਕਰ ਤੁਹਾਡੀ ਸਰਕਾਰ ਦੇ ਵਿੱਚ ਰਵੇ ਤਾਂ ਦੁੱਧ ਦਾ ਧੋਤਾ, ਜੇਕਰ ਤੁਹਾਡੀ ਸਰਕਾਰ ਛੱਡ ਜਾਵੇ ਤਾਂ ਉਹ ਇਸ ਤਰੀਕੇ ਨਾਲ ਮਤਲਬ ਕਿ ਕਰਪਟ ਮੰਤਰੀ ਹੋ ਜਾਂਦੇ ਨੇ। ਸਾਡੇ ਮੈਂ ਤਾਂ ਕਹੀ ਨਹੀਂ ਵੀ ਸਾਡੇ ਵਿੱਚ ਰਹਿ ਕੇ, ਮੈਂ ਤਾਂ ਇਹੀ ਕਹਿੰਦਾ 8 ਸਾਲ ਦੇ ਸਾਡੇ ਤੇ ਕਿਸੇ ਤੇ ਵੀ ਇੱਕ ਵੀ ਕਰਪਸ਼ਨ ਦਾ ਦੋਸ਼ ਨਹੀਂ ਲੱਗਿਆ। ਜਿਹੜੇ ਕੋਈ ਸਾਡਾ ਸਹਿਯੋਗੀ ਹੈ ਜੋ ਉੱਥੇ ਲੱਗ ਰਿਹਾ ਤੇ ਉਹਨੂੰ ਕਹਿ ਰਹੇ ਆ ਵੀ ਭਾਈ ਤੇਰੇ ਮੰਤਰੀ ਕਰਪਸ਼ਨ ਕਰ ਰਹੇ ਆ, ਉਹਨੂੰ ਫੜਾਓ। ਉਹਨਾਂ ਦਾ ਜਦੋਂ ਪਤਾ ਲੱਗਿਆ ਕਿ ਕੇਸ ਹੋਣ ਲੱਗਿਆ ਤਦੇ ਉਹਨੇ ਵਾਪਸ ਭੱਜਿਆ ਨਾ। ਉਹ ਅੱਜ ਉਹ ਭੱਜਿਆ, ਕੱਲ੍ਹ ਨੂੰ ਜਾਣਗੇ ਕਿੱਥੇ? ਹਫ਼ਤੇ ਬਾਅਦ ਦੇਖੋ ਤੁਸੀਂ ਉਹਨਾਂ ਦਾ ਹਾਲ ਕੀ ਹੋਣਾ। ਜਿਹੜੇ ਕਰਪਟ ਲੋਕ ਨਿਕਲਣਗੇ ਪੈਸੇ ਤੁਸੀਂ ਗਿਣ ਜਾਣਾ, ਉਹ ਤਾਂ ਤੁਹਾਡਾ ਮੀਡੀਆ ਜਾਊਗਾ ਗਿਣਨ, ਜਦੋਂ ਗਿਣਤੀ ਨਹੀਂ ਹੁੰਦੀ। ਇਹ ਲੋਕਾਂ ਦੇ ਵਿੱਚ ਜਾਂ ਤੁਹਾਡੇ ਪਾਸੇ ਜੇ ਮੀਡੀਆ ਦੇ ਵਿੱਚ ਵੀ ਚਰਚਾ ਇਹ ਨੇ ਕਿ ਭਾਜਪਾ ਕੋਲੇ ਇੱਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਏਜੰਸੀ ਹੈਗੀ ਹੈ ਜਾਂ ਫਿਰ ਜਾਂਚ ਏਜੰਸੀਆਂ ਹੋਰ ਨੇ, ਇਹਨਾਂ ਦੇ ਕਰਕੇ ਇਹ ਦੂਸਰੇ ਜਿਹੜੇ ਮੰਤਰੀ ਨੇ ਜ਼ਿਆਦਾ ਸ਼ਾਮਲ ਕਰ ਲਏ ਜਾਂਦੇ ਨੇ ਜਾਂ ਫਿਰ ਉਹਨਾਂ ਦਾ ਵਿਰੋਧ ਇਸ ਤਰੀਕੇ ਨਾਲ ਕੀਤਾ ਜਾਂਦਾ। ਦੇਖੋ, ਇਹ ਕਾਂਗਰਸ ਵਾਲੀ ਥਿਓਰੀ BJP ਨੂੰ ਨਹੀਂ ਆਉਂਦੀ ਕਿ CBI ਸੀਗੀ ਜਿਹੜੀ ਉਸ ਸਮੇਂ ਕਾਂਗਰਸ ਬਿਊਰੋ ਆਫ ਇਨਵੈਸਟੀਗੇਸ਼ਨ ਬਣੀ ਹੋਈ ਸੀ। ਜਿਹੜੀ ED ਹੈ ਉਹ ਮੋਦੀ ਜੀ ਨੇ ਨਹੀਂ ਬਣਾਈ ਹੋਈ, ਮਨਮੋਹਨ ਸਰਕਾਰ ਹੀ ਬਣਾ ਕੇ ਗਈ ਹੈ। ਜਿੰਨੀਆਂ ਉਹਨਾਂ ਨੂੰ ਪਾਵਰਾਂ ਦੇ ਕੇ ਗਈਆਂ ਉਹ ਪ੍ਰਧਾਨ ਮੰਤਰੀ ਦੇ ਅੰਡਰ ਨਹੀਂ ਆਉਂਦੀਆਂ। ਅਤੇ ਉਹਨਾਂ ਨੂੰ ਜੋ ਲੱਗਦਾ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਰਾਜਾ ਚੰਗਾ ਹੋਊਗਾ ਅਤੇ ਅਫਸਰ ਵੀ ਚੰਗੇ ਹੋ ਜਾਂਦੇ ਆ। ਜਦੋਂ ਉਸ ਦਾ ਲਕਸ਼ ਹੈ ਇੱਕ ਪ੍ਰਧਾਨ ਮੰਤਰੀ 24 ਘੰਟੇ ਬਿਨਾਂ ਛੁੱਟੀ ਲਈ ਕੰਮ ਕਰ ਰਿਹਾ, ਅਤੇ ਅਫਸਰਾਂ ਦੀ ਵੀ ਕੁਛ ਨਾ ਕੁਛ ਜ਼ਿੰਮੇਵਾਰੀ ਬਣਦੀ ਹੈ। ਯਾਰ ਜੇ ਇਹ ਬੰਦਾ ਕੁਛ ਦੇਸ਼ ਲਈ ਕਰਦਾ ਤਾਂ ਸਾਡਾ ਵੀ ਫਰਜ਼ ਬਣਦਾ। ਅਤੇ ਉਹਨਾਂ ਨੇ ਆਪਣੀ ਨੈਤਿਕਤਾ ਦੇਖ ਕੇ ਅਫਸਰਾਂ ਨੇ ਉਹ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ, ਇਹ ਜਿਹੇ ਭ੍ਰਸ਼ਟਾਚਾਰੀਆਂ 'ਤੇ ਐਕਸ਼ਨ ਹੋ ਰਹੇ ਆ, ਉਹਦੇ 'ਚ BJP ਦਾ ਕੋਈ ਲੈਣਾ ਦੇਣਾ ਨਹੀਂ। ਤੁਹਾਨੂੰ ਲੱਗਦਾ ਕਿ 2024 ਦੇ ਵਿੱਚ ਭਾਜਪਾ ਮੁੜ ਤੋਂ ਫਿਰ ਰਿਪੀਟ ਹੋ ਪਾਏਗੀ? ਕਿਉਂਕਿ ਜਿਹੜੇ ਹਿਸਾਬ ਨਾਲ ਬਿਹਾਰ ਦੇ ਵਿੱਚ ਹੋਇਆ ਉਹ ਉਸੇ ਤਰੀਕੇ ਦੇ ਨਾਲ ਸਟ੍ਰੈਟਜੀ ਕੀ ਚੱਲ ਰਹੀਆਂ ਗਰਾਊਂਡ ਲੈਵਲ? ਲੋਕ 2024 ਲਈ ਨਹੀਂ ਇੰਤਜ਼ਾਰ ਕਰ ਰਹੇ, ਲੋਕ ਤਾਂ 2050 ਲਈ ਇੰਤਜ਼ਾਰ ਕਰ ਰਹੇ ਆ ਕਿ 2050 ਤੱਕ ਤੁਸੀਂ ਸੋਸ਼ਲ ਮੀਡੀਆ 'ਤੇ ਹੋਰ 'ਤੇ ਦੇਖੋ ਕਿ 2050 ਤੱਕ ਅਗਰ BJP ਦੀ ਸਰਕਾਰ ਰਹਿ ਗਈ ਤਾਂ ਜਿਹੜਾ ਸਾਡੇ ਰੁਪਈਏ ਦੀ ਵੈਲਿਊ ਹੈ ਉਹ ਡਾਲਰ ਤੋਂ ਉੱਪਰ ਹੋਵੇਗੀ, ਜਿਹੜੀ ਕਿਸੇ ਸਮੇਂ ਨਹਿਰੂ ਤੋਂ ਪਹਿਲਾਂ ਹੁਆ ਕਰਦੀ ਸੀ। ਇੱਦਾਂ ਦਾ ਤਾਂ ਹੁਣ ਦੇਖੋ ਤੁਸੀਂ ਡਾਲਰ ਦਾ ਰੇਟ ਕਿੱਥੇ ਹੈਗਾ। ਜੇ ਤੁਸੀਂ ਵਰਲਡ ਨਾਲ ਕੰਪੈਰੀਜ਼ਨ ਕਰੋਗੇ ਤਾਂ ਸਾਡੇ ਜਿਹੜੇ ਸਿੰਗਾਪੁਰ ਹੋਰ ਜਿਹੜੇ ਕੰਟਰੀ ਹੈ ਉਹਨਾਂ ਦੀ ਜਿਹੜੀ ਕਰੰਸੀ ਹੈ ਸਾਡੇ ਰੁਪਈਏ ਨਾਲੋਂ ਜ਼ਿਆਦਾ ਨੀਚੇ ਗਈ ਹੈ। ਸਾਡਾ 5% ਗਿਆ, ਉਹਨਾਂ ਦਾ 14% ਕਰੰਸੀ ਡਾਊਨ ਗਈ ਹੈ। ਅੱਜ ਸਾਡਾ ਜਿਹੜਾ ਰੁਪਈਆ ਉਹ ਸਥਿਰ ਹੈ। ਜੋ ਸਥਿਤੀ ਬਣੀ ਹੋਈ ਹੈਗੀ ਉਹਦੇ ਲਈ ਸਰਕਾਰ ਤੁਹਾਡੀ ਕੀ ਕਰ ਰਹੀ ਹੈਗੀ? ਕਿਉਂਕਿ ਜਿਹੜਾ ਲੇਬਰ ਹੈ ਉਹਦੀ ਲੇਬਰ ਦੀ ਜਿਹੜੀ ਇੱਕ ਮਜ਼ਦੂਰੀ ਹੈ ਉਹ ਉੱਥੇ ਦੀ ਉੱਥੇ ਹੀ ਖੜੀ ਹੈ, ਅਤੇ ਦੂਸਰੇ ਪਾਸੇ ਜਿਹੜੇ ਮਹਿੰਗਾਈ ਹੈ ਉਹ ਅਸਮਾਨੀ ਹੈ। ਇਸ ਤਰੀਕੇ ਦਾ ਡਿਸਬੈਲੈਂਸ ਦੇ ਲਈ ਤੁਹਾਡੀ ਸਰਕਾਰ ਕਿਸ ਤਰੀਕੇ ਦੀ ਕਰ ਰਹੀ ਹੈ? ਸਾਡੇ ਨਰਿੰਦਰ ਮੋਦੀ ਜੀ ਅਤੀ ਗਰੀਬ ਪਰਿਵਾਰ 'ਚੋਂ ਨੇ, ਤੇਲੀ ਪਰਿਵਾਰ 'ਚੋਂ ਨੇ। ਜਿਹੜਾ ਮੋਦੀ ਗੋਤਰ ਹੁੰਦਾ ਇਹ ਤੇਲੀ ਪਰਿਵਾਰ 'ਚੋਂ ਹੈ। ਉਹਨਾਂ ਤੋਂ ਵੱਧ ਗਰੀਬੀ ਕਿਸੇ ਨੇ ਦੇਖੀ ਨਹੀਂ, ਜਿਨ੍ਹਾਂ ਦੀ ਮਾਤਾ ਨੇ ਖੁਦ ਬਰਤਨ ਮਾਂਜੇ ਹੋਏ ਆ ਔਰ ਇਹਨਾਂ ਨੂੰ ਪੜ੍ਹਾਇਆ ਬਰਤਨ ਮਾਂਜ ਕੇ। ਆਪ ਪ੍ਰਧਾਨ ਮੰਤਰੀ ਨੇ ਚਾਹ ਵੇਚੀ ਹੋਈ ਹੈ। ਅੱਜ ਉਹਨਾਂ ਦੀ ਸਰਕਾਰ ਜਿਹੜਾ ਸਾਡਾ ਐਮਪਲੋਇਮੈਂਟ ਜਿਹੜਾ ਕਰ ਲਿਆ ਹੈਗਾ, ਉਹਦੇ 'ਚ ਘੱਟੋ ਘੱਟ ਜਿਹੜੀ ਹੈਗੀ ਇੱਕ ਮਜ਼ਦੂਰ ਦੀ ਜਿਹੜੀ ਸੈਲਰੀ ਹੈ 500 ਰੁਪਇਆ ਪਰ ਡੇ ਦੀ ਹੈ ਔਰ DC ਨੂੰ ਹਦਾਇਤਾਂ ਹੈ। ਇਹ ਬੜੀ ਦੁੱਖ ਦੀ ਗੱਲ ਹੈ ਕਿ ਸਾਡੀ ਜਿਹੜੀ ਪ੍ਰਸ਼ਾਸਨਿਕ ਲੋਕ ਹੈ ਉਹ ਪ੍ਰਧਾਨ ਮੰਤਰੀ ਦੀ ਜਿਹੜੀ
ਤੇ ਉਹ ਦਫ਼ਤਰ ਦੇ ਵਿੱਚੋਂ, ਉਸ ਸਰਕਾਰ ਦੇ ਵਿੱਚੋਂ ਤੈਅਸ਼ੁਦਾ ਜਿਹੜੀ ਉਹਨਾਂ ਦੀ ਮਜ਼ਦੂਰੀ ਹੋਈ ਆ, ਉਸ ਨੂੰ ਕਿਉਂ ਨਹੀਂ ਲਾਗੂ ਕਰਦੇ? ਇਹ ਕਿਤੇ ਨਾ ਕਿਤੇ ਸਟੇਟ ਸਰਕਾਰਾਂ ਇਹਦੇ ਵਾਸਤੇ ਜ਼ਿੰਮੇਵਾਰ ਹੈ। ਔਰ ਜਿਹੜਾ ਸਾਡੀ ਮਜ਼ਦੂਰਾਂ ਦਾ ਸ਼ੋਸ਼ਣ ਹੋ ਰਿਹਾ, ਇਹ ਲੋਕਲ ਪ੍ਰਸ਼ਾਸਨ ਐਂਡ ਲੋਕਲ ਸਰਕਾਰਾਂ ਇਹਦੇ ਲਈ ਜ਼ਿੰਮੇਵਾਰ ਹੈ। ਅੱਜ ਤੁਸੀਂ ਨਾਲ ਹਰਿਆਣੇ ਦੇ ਵਿੱਚ ਜਾਓ, ਮੱਧ ਪ੍ਰਦੇਸ਼ ਦੇ ਵਿੱਚ ਜਾਓ, ਯੂਪੀ ਦੇ ਵਿੱਚ ਜਾਓ, ਜਿੱਥੇ ਚਾਵਲ ਵੱਟੇ ਮਜ਼ਦੂਰੀ ਕਰਾਈ ਜਾਂਦੀ ਸੀ, ਅੱਜ ਉੱਥੋਂ ਦਾ ਮਜ਼ਦੂਰ ਪੰਜਾਬ 'ਚ ਮਜ਼ਦੂਰੀ ਕਰਨ ਨਹੀਂ ਆ ਰਿਹਾ, ਕਿਉਂਕਿ ਉੱਥੇ ਸਾਡੇ ਨਾਲ ਮਜ਼ਦੂਰੀ ਵੱਧ ਹੈ, ਮਜ਼ਦੂਰ ਨਹੀਂ ਮਿਲ ਰਹੇ, ਉਹਨਾਂ ਨੂੰ ਸਵੇ ਰੁਜ਼ਗਾਰ ਦਿੱਤਾ ਜਾ ਰਿਹਾ। ਪਹਿਲੀ ਐਸੀ ਸਰਕਾਰ ਹੈ ਜਿਹੜੀ ਮਜ਼ਦੂਰ ਨੂੰ ਕਹਿ ਰਹੀ ਹੈ ਕਿ ਤੂੰ ਮਜ਼ਦੂਰੀ ਨਾ ਕਰ, ਆਪਣਾ ਕੰਮ ਕਰ। ਉਹਨਾਂ ਲਈ ਕਿੰਨੀਆਂ ਯੋਜਨਾਵਾਂ ਆਈਆਂ ਹੋਈਆਂ, ਰੇਹੜੀ ਫੇੜੀ ਰੇਹੜੀ ਦੇ ਲਈ 10,000 ਦੀ ਯੋਜਨਾ, ਪ੍ਰਧਾਨ ਮੰਤਰੀ ਜਿਹੜੀ ਹੈਗੀ ਆ ਮੁਦਰਾ ਯੋਜਨਾ 'ਚ 2 ਲੱਖ ਤੋਂ ਲੈ ਕੇ 20 ਲੱਖ ਤੱਕ ਦੇ ਆਮ ਮਜ਼ਦੂਰ ਵਰਗ ਨੂੰ ਬਿਨਾਂ ਕਿਸੇ ਸਿਕਿਉਰਿਟੀ ਦੇ ਉਹਨੂੰ ਲਾਭ ਮਿਲ ਰਿਹਾ, ਬੈਂਕ ਤੋਂ ਲੋਨ ਮਿਲ ਰਿਹਾ, ਉਹਨੂੰ ਸਕਿੱਲ ਕਰਨ ਦੇ ਲਈ, ਉਹਨੂੰ ਚੰਗਾ ਇੰਡਸਟਰੀ ਖੋਲ੍ਹ ਕੇ ਦੇਣ ਲਈ, ਕੋਈ ਖੱਡੀ ਦਾ ਕੰਮ ਕਰਨ ਲਈ ਕਿੰਨੀਆਂ ਯੋਜਨਾਵਾਂ ਹੈ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਦੀ ਜਾਣਕਾਰੀ ਨਹੀਂ ਹੈ। ਉਹ ਸਾਡੇ ਬੀਜੇਪੀ ਦੇ ਵਰਕਰਾਂ ਨਾਲ ਸੰਪਰਕ ਕਰਨ ਤਾਂ ਜੋ ਉਹਨਾਂ ਨੂੰ ਉਸ ਯੋਜਨਾ ਦਾ ਲਾਭ ਮਿਲ ਸਕੇ। ਪਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਇੱਥੋਂ ਦੇ ਸਰਕਾਰਾਂ ਦਾ ਪ੍ਰਸ਼ਾਸਨਿਕ ਜਿਹੜਾ ਰਵੱਈਆ ਉਹ ਉਹਨਾਂ ਨੂੰ ਸਹੀ ਜਾਣਕਾਰੀ ਨਹੀਂ ਦੇ ਰਿਹਾ, ਉਹਨਾਂ ਨੂੰ ਗੁੰਮਰਾਹ ਕਰਕੇ ਪ੍ਰਚਾਰ ਕਰਕੇ ਕਿ ਇਹ ਸਰਕਾਰ ਸ਼ਾਇਦ ਗਰੀਬ ਕਿਸਾਨ ਮਜ਼ਦੂਰ ਵਿਰੋਧੀ ਹੈ, ਜਦੋਂ ਕਿ ਮੋਦੀ ਸਰਕਾਰ ਜਿੰਨੀ ਮਜ਼ਦੂਰ ਕਿਸਾਨ ਵਪਾਰੀ ਹਿਤੈਸ਼ੀ ਅੱਜ ਤੱਕ ਕੋਈ ਸਰਕਾਰ ਨਾ ਹੋਈ ਹੈ ਨਾ ਹੋਣੀ ਹੈ। ਸਭ ਨੇ ਲੁੱਟਿਆ ਹੈ, ਦੇਸ਼ ਨੂੰ ਕੁੱਟਿਆ। ਜੇ ਕੋਈ ਬੋਲਿਆ ਆਹੀ 3 ਮਹੀਨਿਆਂ ਦੀ 4 ਮਹੀਨਿਆਂ ਦੀ ਸਰਕਾਰ ਹੈ, ਅੱਜ ਕਿੰਨੇ ਵਾਰੀ ਲਾਠੀ ਚਾਰਜ ਹੋ ਗਿਆ, ਕਿਤੇ ਟੀਚਰਾਂ ਤੇ ਕਿਤੇ ਕਿਸਾਨਾਂ ਤੇ ਹੋ ਰਿਹਾ, ਕਿਤੇ ਅੱਜ ਨੌਜਵਾਨ ਟੈਂਕੀਆਂ ਤੇ 3 ਮਹੀਨਿਆਂ ਤੇ ਦੁਬਾਰਾ ਚੜ੍ਹਨ ਲੱਗ ਗਏ। ਇਸ ਤੋਂ ਪਤਾ ਲੱਗਦਾ ਕਿ ਇਹ ਲੋਲੀਪੋਪ ਨਾਲ ਸਰਕਾਰਾਂ ਨਹੀਂ ਚੱਲਦੀਆਂ। ਵਿਪਕਸ਼ ਦੇ ਉੱਤੇ ਨਿਸ਼ਾਨਾ ਲਗਾ ਕੇ ਕੀ ਜ਼ਿਆਦਾ ਤੁਹਾਨੂੰ ਲੱਗਦਾ ਗਾ ਕਿ ਭਾਰਤੀ ਜਨਤਾ ਪਾਰਟੀ ਸਭ ਕੁਝ ਠੀਕ ਕਰ ਰਹੀ ਹੈਗੀ? ਉਹਦਾ ਕਾਰਨ ਤੁਸੀਂ ਇਹ ਲੈ ਲਓ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਐਜੀਟੇਸ਼ਨ ਹੋ ਰਹੀ ਨੇ, ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਸਭ ਤੋਂ ਲੰਬਾ ਸੰਘਰਸ਼ ਚੱਲਿਆਗਾ, ਉਸ ਤੋਂ ਬਾਅਦ ਮਾਫੀ ਮੰਗਣੀ ਪਈ। ਫਿਰ ਸਭ ਤੋਂ ਪਹਿਲਾਂ ਨੇਤਾ, ਫਿਰ ਨੀਤੀ, ਫਿਰ ਨੇਤਰਤਵ। ਸਾਡੇ ਤਿੰਨੇ ਯੋਗਤਾਵਾਂ ਸਾਡੇ ਪ੍ਰਧਾਨ ਮੰਤਰੀ ਦੇ ਵਿੱਚ ਨੇ। ਨੇਤਾ ਤੇ ਕਿਤੇ ਕੋਈ ਉਂਗਲੀ ਨਹੀਂ ਉਠਾ ਸਕਿਆ। ਉਹਨਾਂ ਦੀ ਨੀਤੀ ਹਮੇਸ਼ਾ ਦੇਸ਼ ਦੇ ਹਿੱਤ, ਉਹਨਾਂ ਦਾ ਨੇਤਰਤਵ ਅੱਜ ਪੂਰਾ ਦੇਸ਼ ਪੂਰੇ ਵਰਲਡ ਦਾ ਕਰ ਰਿਹਾ। ਤਾਂ ਉਹਨਾਂ ਦੀਆਂ ਜਿੰਨੀਆਂ ਨੀਤੀਆਂ ਉਹ ਗਰੀਬ ਕਿਸਾਨਾਂ ਲਈ ਹੈ, ਗਰੀਬ ਮਜ਼ਦੂਰਾਂ ਲਈ ਹੈ, ਸਾਡੇ ਦੇਸ਼ ਦੇ ਉਦਯੋਗਾਂ ਲਈ ਹੈ। ਅੱਜ 5 ਲੱਖ ਤੱਕ ਤਾਂ ਇਨਕਮ ਟੈਕਸ ਨਹੀਂ ਤੁਹਾਨੂੰ ਮਾਫ ਹੈਗਾ, ਹੋਰ ਇਸ ਤੋਂ ਉੱਤੇ ਕੀ ਹੋ ਸਕਦਾ? ਕੋਈ ਉਹਦਾ ਬਹੀ ਖਾਤਾ ਦੀ ਜ਼ਰੂਰਤ ਨਹੀਂ ਹੈ, ਜਿਹੜਾ ਕਿ ਕਦੇ ਮਨਮੋਹਨ ਸਿੰਘ ਸਰਕਾਰ, ਜਿਹੜਾ ਅੱਜ ਤੱਕ ਸਭ ਤੋਂ ਵੱਡਾ ਅਰਥ ਸ਼ਾਸਤਰੀ ਸੀਗਾ, ਜਿਹਦੇ 'ਚ ਰਘੂ ਰਾਜਵ ਜੀ, ਹੋਰ ਕਿੰਨੇ IAS ਅਫਸਰ, ਮਨਟੇਕ ਸਿੰਘ ਆਹਲੂਵਾਲੀਆ ਜੀ, ਕਿੰਨੇ ਵੱਡੇ ਵੱਡੇ ਅਫਸਰ ਹੁੰਦੇ ਸੀ ਵਰਲਡ ਦੇ ਸਾਰੇ ਇਕਨੋਮਿਕਸ ਤੋਂ। 5 ਲੱਖ ਦੀ ਗੱਲ ਕਰ ਰਹੇ ਹੋ ਟੈਕਸ ਦੀ, ਮੈਂ ਕਹਿ ਰਿਹਾ ਕਿ ਉਹਨਾਂ ਕੋਲੇ ਖਾਣ ਦੇ ਲਈ ਰੋਟੀ ਨਹੀਂ ਹੈ। ਅੱਜ ਦਾ ਪਤਾ ਪਰ ਕੱਲ੍ਹ ਦਾ ਨਹੀਂ ਪਤਾ ਹੈਗਾ ਕਿ ਵੀ ਅੱਜ ਰੋਟੀ ਪੱਕੇਗੀ ਕਿ ਨਹੀਂ ਪੱਕੇਗੀ। ਤੁਸੀਂ ਟੈਕਸ ਦੀ ਗੱਲ ਕਰ ਰਹੇ ਹੋ। ਮੈਂ ਉਸੇ ਤੇ ਤੁਹਾਨੂੰ ਦੱਸਣ ਜਾ ਰਿਹਾ ਕਿ ਜਦੋਂ ਕਿਸੇ ਨੂੰ ਤੁਸੀਂ ਗੁੰਮਰਾਹ ਕਰਨ ਦਾ ਪ੍ਰਚਾਰ ਹੋਊਗਾ, ਵੱਡੀਆਂ ਪਬਲਿਕ ਨੂੰ ਗੁੰਮਰਾਹ ਕਰਨਾ ਹੋਊਗਾ। ਸਾਡਾ ਦੇਸ਼ ਇਮੋਸ਼ਨਲ ਦੇਸ਼ ਹੈ। ਇਹ ਉਹੀ ਕਾਂਗਰਸ ਸਰਕਾਰ ਸੀ, ਮਨਮੋਹਨ ਸਿੰਘ ਜਿਹੜਾ ਵਰਲਡ ਦਾ ਸਭ ਤੋਂ ਵੱਡਾ ਅਰਥਸ਼ਾਸਤਰੀ ਸੀ, 32 ਰੁਪਈਆਂ ਨੂੰ ਕਹਿੰਦਾ ਸੀਗਾ ਮਜ਼ਦੂਰ ਦੀ ਮਜ਼ਦੂਰੀ ਬਹੁਤ ਹੈ। 32 ਰੁਪਏ ਮਜ਼ਦੂਰੀ ਸੀ ਕਿ ਮਜ਼ਦੂਰੀ ਸੀ? 32 ਰੁਪਏ ਦੀ ਰੋਟੀ ਖਾਣ, 5 ਰੁਪਏ ਦੀ ਰੋਟੀ ਖਾਣ ਜਿਹੜਾ ਖਾ ਸਕਦਾ ਉਹ ਕਹਿੰਦਾ ਉਹ ਗਰੀਬੀ ਰੇਖਾ ਤੋਂ ਬਾਹਰ ਹੈ। 32 ਰੁਪਏ ਵਾਲਾ ਤੋਂ ਜਿਹੜਾ ਉਹ ਗਰੀਬੀ ਰੇਖਾ ਤੋਂ ਬਾਹਰ ਹੈ। ਅੱਜ ਜਿਹੜੀ ਦੁਰਦਸ਼ਾ ਹੋਈ ਹੈ ਗਰੀਬ ਦੀ, ਅੱਜ ਜਿਹੜੇ ਕਿਸੇ ਸਮੇਂ 38 ਕਰੋੜ ਲੋਕ ਸਾਡੇ ਦੇਸ਼ ਦੇ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਸੌਂਦੇ ਸੀ, ਅੱਜ ਸਾਡੇ ਦੇਸ਼ ਦਾ ਉਹ ਜਿਹੜਾ ਰੈਂਕ ਹੈਗਾ ਉਹ ਬਿਲਕੁਲ ਖਤਮ ਹੋ ਚੁੱਕਿਆ। ਕੋਈ ਭੁੱਖਾ ਨਹੀਂ ਸੌਂ ਰਿਹਾ। ਜੇ ਕੋਈ ਨਸ਼ੇ ਦੇ ਕਾਰਨ ਸੌਂ ਰਿਹਾ ਤਾਂ ਉਹਦੇ ਲਈ ਕੋਈ ਸਰਕਾਰਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਜਿਹਦੇ ਖਾਣਾ ਘਰੇ ਪਿਆ ਉਹ ਖਾ ਨਹੀਂ ਸਕਦਾ ਤੇ ਇਹਦੇ ਲਈ ਸਰਕਾਰ ਜ਼ਿੰਮੇਵਾਰ ਨਹੀਂ ਹੈ। ਅੱਜ ਘਰ ਘਰ ਅਨਾਜ ਪਹੁੰਚਾਇਆ, ਘਰ ਦੇ ਵਿੱਚ ਜਿਹੜੇ ਖਾਤਿਆਂ ਦੇ ਵਿੱਚ ਪੈਸੇ ਪਾ ਰਹੇ ਆ, ਕਿਸਾਨਾਂ ਦੇ ਕਿਸਾਨ ਨਿਧੀ ਪੈ ਰਹੀ ਹੈ, ਗਰੀਬ ਮਜ਼ਦੂਰਾਂ ਦਲਿਤਾਂ ਦੇ ਜਿਹੜੀ ਪੈਨਸ਼ਨ ਯੋਜਨਾ ਉਹ ਦੁੱਗਣੀ ਕਰ ਦਿੱਤੀ ਗਈ ਹੈ। ਇਹ ਤੋਂ ਪਤਾ ਲੱਗਦਾ ਕਿ ਸਰਕਾਰ ਕੋਲ ਕਿੰਨਾ ਟੈਕਸ ਆ ਰਿਹਾ ਔਰ ਸਾਰੇ ਗਰੀਬ ਮਜ਼ਦੂਰਾਂ 'ਚ ਵੰਡਿਆ ਜਾ ਰਿਹਾ। ਲਹਿਰਾਇਆ ਜਾਵੇ ਤੇ ਸਿਮਰਨਜੀਤ ਮਾਨ ਕਹਿ ਰਹੇ ਨੇ ਕਿ ਕੇਸਰੀ ਝੰਡਾ ਜਿਹੜੇ ਨੇ ਜਿੱਥੇ ਪੰਜਾਬੀ ਵਾਸੀ ਨੇ ਆਪਣੇ ਘਰਾਂ ਦੇ ਉੱਪਰ ਤਿਰੰਗੇ ਦੀ ਥਾਂ ਦੇ ਉੱਤੇ ਕੇਸਰੀ ਝੰਡਾ ਫਹਿਰਾਇਆ ਜਾਵੇ। ਪਹਿਲੀ ਗੱਲ ਤਾਂ ਸਿਮਰਜੀਤ ਸਿੰਘ ਮਾਨ ਜੀ ਨੂੰ ਇਹ ਨਹੀਂ ਪਤਾ ਕਿ ਤਿਰੰਗੇ 'ਚ ਜਿਹੜਾ ਕੇਸਰੀ ਭਗਵਾਂ ਰੰਗ ਹੈ ਉਹ ਸਾਡੇ ਬਾਬਾ ਖੜਕ ਸਿੰਘ ਜੀ ਦੀ ਦੇਣ ਹੈ। ਉਹਨਾਂ ਦੇ ਸੁਝਾਅ 'ਤੇ ਕੇਸਰੀ ਰੰਗ ਉਹਦੇ 'ਚ ਪਾਇਆ ਗਿਆ ਔਰ ਕੇਸਰੀ ਰੰਗ ਜਿਹੜਾ ਹੈਗਾ ਸਾਡੀ ਬਲੀਦਾਨ ਦਾ ਪ੍ਰਤੀਕ ਹੈ, ਜਿਹੜੀ ਸਾਡੀ ਗੁਰੂਆਂ ਨੇ ਬਲੀਦਾਨ ਦਿੱਤਾ ਹੈ ਦੇਸ਼ ਲਈ, ਇਹ ਸਨਾਤਨ ਧਰਮ ਦੇ ਲਈ। ਹਰਾ ਰੰਗ ਜਿਹੜਾ ਹੈਗਾ ਉਹ ਸਾਡੀ ਹਰੀ ਕ੍ਰਾਂਤੀ ਦਾ ਪ੍ਰਤੀਕ ਹੈ। ਚਿੱਟਾ ਸਾਡੀ ਸ਼ਾਂਤੀ ਦਾ ਪ੍ਰਤੀਕ ਹੈ। ਪਰ ਉਹਨਾਂ ਨੂੰ ਇਸ ਝੰਡੇ ਤੋਂ ਨਫ਼ਰਤ ਹੋਣੀ, ਇਟ ਮੀਨਜ਼ ਉਹਨਾਂ ਦੇ ਜਿਹੜੇ ਸੰਸਕਾਰ ਉਹ ਅੰਗਰੇਜ਼ਾਂ ਵਾਲੇ ਸੰਸਕਾਰ ਹੈ, ਕਿਉਂਕਿ ਉਹਨਾਂ ਨੇ ਹਮੇਸ਼ਾ ਅੰਗਰੇਜ਼ਾਂ ਦਾ ਪੱਖ ਪੂਰਿਆ। ਚਾਹੇ ਉਹ ਉਹਨਾਂ ਦੇ ਪਰਿਵਾਰ ਵੱਲੋਂ ਭਗਤ ਸਿੰਘ 'ਤੇ ਗਵਾਹੀ ਦਿੱਤੀ ਗਈ ਹੋਵੇ, ਚਾਹੇ ਉਹਨਾਂ ਦੇ ਪਰਿਵਾਰ ਵੱਲੋਂ ਜਨਰਲ ਡਾਇਰ ਜਿਹਨੇ ਸਭ ਤੋਂ ਵੱਡਾ ਕਿਰਤਕਣ ਡਾਇਰ ਜੀ ਨੇ ਸਭ ਤੋਂ ਵੱਧ ਸਾਡੇ ਦੇਸ਼ ਦਾ ਨਰਸੰਹਾਰ ਕੀਤਾ, ਇੱਕ ਮੇਲਾ ਵੇਖਣ ਆਏ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਲੱਖਾਂ ਹਜ਼ਾਰਾਂ ਸਾਡੇ ਭਰਾਵਾਂ ਦਾ, ਹਿੰਦੁਸਤਾਨੀਆਂ ਦਾ ਕਤਲੇਆਮ ਕੀਤਾ ਔਰ ਉਹਨੂੰ ਅਕਾਲ ਤਖ਼ਤ 'ਤੇ ਸਨਮਾਨਿਤ ਕਰਨਾ। ਇਸ ਤੋਂ ਉਹਦੀ ਮਨਸ਼ਾ ਦਾ ਪਤਾ ਲੱਗਦਾ ਕਿ ਇਹ ਜਿਹੜੇ ਲੋਕ ਨੇ ਪੜ੍ਹ ਲਿਖ ਕੇ ਵੀ ਇਹਨਾਂ ਦੀ
ਅੰਗਰੇਜ਼ਾਂ ਪ੍ਰਤੀ ਵਫਾਦਾਰੀ ਨਹੀਂ ਗਈ। ਇਸ ਕਰਕੇ ਇਹ ਸਾਡੇ ਸ਼ਹੀਦਾਂ ਦਾ ਅਪਮਾਨ ਕਰਦੇ ਆ, ਉਹਨਾਂ ਨਾਲ ਨਫ਼ਰਤ ਕਰਦੇ ਆ। ਪਰ ਦੇਸ਼ ਜਿਹੜਾ ਹੈਗਾ ਉਹ ਭਗਤ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਵਾਲਾ ਦੇਸ਼ ਹੈ, ਉਹ ਊਧਮ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਵਾਲਾ ਦੇਸ਼ ਹੈ। ਤੁਹਾਡੀ ਗੱਲ ਵੱਡੀ ਕਰ ਦਿੰਦੇ ਹੈਗੀ, ਤੁਸੀਂ ਕਹਿੰਦੇ ਹੋ ਕਿ ਵੀ ਸ਼ਹੀਦ ਆਜ਼ਮ ਭਗਤ ਸਿੰਘ ਨੇ ਸਾਨੂੰ ਆਜ਼ਾਦੀ ਦਿਵਾਈ, ਫਿਰ ਕਿਉਂ ਨਹੀਂ ਉਹਨੂੰ ਸ਼ਹੀਦੀ ਦਾ ਦਰਜਾ ਹੁਣ ਤੱਕ ਦਿੱਤਾ ਗਿਆ? ਤੁਹਾਡੀ ਸਰਕਾਰ ਹੈ ਕੇਂਦਰ ਦੇ ਵਿੱਚ। ਜਿੱਥੋਂ ਤੱਕ ਮੈਂ ਸਮਝਦਾ ਕਿ ਕਿਸੇ ਨੂੰ ਸ਼ਹੀਦ ਦਾ ਦਰਜਾ ਦੇਣ ਨਾਲ ਉਹ ਸ਼ਹੀਦ ਨਹੀਂ ਹੋ ਜਾਂਦਾ। ਜਿਹੜਾ ਸਾਡੇ ਦਿਲਾਂ 'ਚ ਕਿਸੇ ਦਾ ਸਤਿਕਾਰ ਹੈ, ਸਾਡੀ ਗੁਰਬਾਣੀ ਦਾ ਸ਼ਬਦ ਹੈ, ਆਖੀ ਸਾਚੀ ਤੇ ਸਾਖੀ। ਜਿਹੜੀ ਪਹਿਲਾਂ ਕਿਹਾ ਜਾਂਦਾ, ਫਿਰ ਉਹਦੀ ਸਾਚੀ ਕਿਹਾ ਹੁੰਦਾ, ਫਿਰ ਉਹ ਸਾਖੀ ਬਣਦੀ ਹੈ। ਜਦੋਂ ਸਾਡੀਆਂ ਸਾਖੀਆਂ 'ਚ ਉਹ ਸਾਡੇ ਸਨਮਾਨਯੋਗ ਹੈ, ਤੇ ਜੇ ਸੰਵਿਧਾਨ ਤੋਂ ਨਹੀਂ ਹੋਇਆ ਤੇ ਸੰਵਿਧਾਨ ਨੂੰ ਨਹੀਂ ਕਰਨ ਦਿੱਤਾ, ਤਾਂ ਇਸ ਨਾਲ ਉਹਨਾਂ ਦੀ ਕੋਈ ਇੱਜ਼ਤ ਨਹੀਂ ਘਟੀ ਹੈ। ਇਹ ਸਾਡੇ ਅੱਜ ਵੀ ਦਿਲਾਂ 'ਚ ਵਸਦੇ ਆ। ਔਰ ਸਾਡੀ ਇਹ ਵੀ ਮੰਗ ਹੈ, ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਹਨਾਂ ਨੂੰ, ਇਕੱਲੇ ਭਗਤ ਸਿੰਘ ਜੀ ਨਹੀਂ, ਜਿੰਨੇ ਨੇ ਵੀ ਬਲੀਦਾਨ ਦਿੱਤਾ ਸਾਡੇ ਦੇਸ਼ ਲਈ, ਚਾਹੇ ਵੀਰ ਸਾਵਰਕਰ ਜੀ ਹੋਣ, ਚਾਹੇ ਸੁਭਾਸ਼ ਚੰਦਰ ਬੋਸ ਜੀ, ਤਾਂ ਸਾਡੇ ਦੇਸ਼ 'ਚ ਹੀ ਵਿਚਾਰੇ ਜਲਾਵਤਨ ਹੋ ਗਏ। ਉਹ ਤਾਂ ਲਾਪਤਾ ਹੀ, ਉਹਨਾਂ ਸਾਰਾ ਫੰਡਿੰਗ ਨਹਿਰੂ ਖਾ ਗਿਆ। ਕਿਸ ਤਰੀਕੇ ਨਾਲ ਉਹਨਾਂ ਦਾ ਬੈਂਕ ਖਾਤਿਆਂ 'ਚੋਂ ਸਾਰੇ ਪੈਸਾ ਲੁੱਟਿਆ ਗਿਆ, ਕਿਸ ਤਰੀਕੇ ਊਧਮ ਸਿੰਘ ਨੂੰ ਕਿਹੜਾ ਹਜੇ ਇਹਨਾਂ ਨੇ ਸ਼ਹੀਦ ਕਰਾਰ ਦੇ ਦਿੱਤਾ ਗਿਆ। ਜਿੰਨੇ ਸਾਡੇ ਘੱਟੋ ਘੱਟ ਕੋਈ 10 ਲੱਖ ਦੇ ਕਰੀਬ ਸਾਡੇ ਉਸ ਸਮੇਂ ਦੇ ਬਲੀਦਾਨੀਆਂ ਨੇ ਦੇਸ਼ ਲਈ ਬਲੀਦਾਨ ਦਿੱਤਾ ਹੈ, ਕਿਸੇ ਇੱਕ ਨੂੰ ਵੀ ਇਹਨਾਂ ਨੇ ਅੱਜ ਤੱਕ ਕ੍ਰਾਂਤੀਕਾਰੀ ਨੂੰ ਸ਼ਹੀਦ ਦਾ ਕਰਾਰ ਨਹੀਂ ਦਿੱਤਾ। ਕੋਈ ਇਸ ਤਰ੍ਹਾਂ ਦਾ ਗੁਪਤ ਸਮਝੌਤਾ ਜਿਹੜਾ ਅੰਗਰੇਜ਼ਾਂ ਨਾਲ ਹੋਇਆ। ਪਰ ਸਾਡੀ ਸਰਕਾਰ 'ਤੇ ਮੈਨੂੰ ਪੂਰਨ 100% ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਗੁਰੂਆਂ ਨੂੰ ਸਨਮਾਨ ਦਿੱਤਾ ਇਤਿਹਾਸ ਦੇ ਵਿੱਚ, ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ, ਔਰ ਗੁਰੂ ਇਤਿਹਾਸ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਸ਼ਹੀਦਾਂ ਦੇ ਪਾਠਿਆਕ੍ਰਮ ਦੇ ਵਿੱਚ ਹੋਵੇਗਾ ਔਰ ਉਹਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਰੱਖਣ ਦੇ ਲਈ। ਤਾਂ ਗੱਲਬਾਤ ਅਸੀਂ ਕਰ ਰਹੇ ਸੀ ਭਾਰਤੀ ਜਨਤਾ ਪਾਰਟੀ ਤੋਂ ਆਗੂ ਨੇ ਸੁਖਪਾਲ ਸਿੰਘ ਸਰਾਂ। ਇਸੇ ਤਰੀਕੇ ਦੇ ਨਾਲ ਅਗਲੀ ਕੜੀ ਦੇ ਵਿੱਚ ਤੁਹਾਡੇ ਤੱਕ ਹੋਰ ਸ਼ਖਸੀਅਤ ਦੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਲਈ ਇਜਾਜ਼ਤ। ਸਹਿਯੋਗੀ ਸੂਰਜ ਦੇ ਨਾਲ ਗੌਤਮ ਕੁਮਾਰ, ਨਿਊਜ਼ 8 ਲਾਈਨ ਦੇ ਲਈ ਬਠਿੰਡਾ।